ਹੁਣ ਭਾਰਤ ਤੇ ਡਾਇਰੈਕਟ ਅਸਰ ਕੀ ਪੈ ਰਿਹਾ? ਡਾਇਰੈਕਟ ਇਹ ਹੈ ਕਿ ਸਾਡਾ ਲਗਭਗ 20,000 ਤਾਂ ਵਿਦਿਆਰਥੀ ਉੱਥੇ ਬੈਠਾ ਮੈਡੀਕਲ ਔਰ ਇੰਜੀਨੀਅਰਿੰਗ ਕਰਨ ਵਾਲਾ ਹੈ ਨਾ, ਤੇ ਉਹ ਫਸਿਆ ਬੈਠਾ। ਉਹਦੇ ਚੋਂ ਅੱਧਾ ਚੌਥਾ ਕੀ ਹਿੱਸਾ ਆਏ ਨੇ ਹਜੇ ਪਿਛਲੇ ਉਹਦੇ 'ਚ, ਔਰ ਉਹ ਉਡੀਕ ਰਿਹਾ, ਉਹਨਾਂ ਦੇ ਮਾਪੇ ਉਡੀਕ ਰਹੇ ਨੇ ਜੀ, ਚੋਂ ਪੰਜਾਬੀ ਵੀ ਬਹੁਤ ਵੱਡੇ ਪੱਧਰ 'ਤੇ ਨੇ, ਪੰਜਾਬੀ ਵੀ ਕਾਫੀ ਜ਼ਿਆਦਾ ਨੇ। ਉਹ ਕਹਿੰਦੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਨੇ ਸਮਾਂ ਰਹਿੰਦੇ, ਇਹਨਾਂ ਕੋਲ ਤਾਂ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ, ਜ਼ਿਆਦਾ ਇੱਕ ਦੂਜੇ ਨਾਲ ਤਾਲੁਕਾਤ ਨੇ, ਔਰ ਝੂਲਾ ਵੀ ਝੂਲ ਲੈਂਦੇ ਨੇ ਪੁੱਤਰ ਨਾਲ ਮੋਦੀ ਸਾਹਿਬ, ਬਾਕੀ ਚੀਜ਼ਾਂ ਵੀ ਹੋ ਜਾਂਦੀਆਂ ਨੇ। ਇਹਨਾਂ ਨੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤਾ? ਪ੍ਰਧਾਨ ਮੰਤਰੀ ਬੋਲ ਰਿਹਾ ਯੂਪੀ 'ਚ, ਪ੍ਰਧਾਨ ਮੰਤਰੀ ਕੀ ਕਹਿ ਰਿਹਾ ਯੂਪੀ 'ਚ ਬੋਲ ਕੇ? देखो भी आले दुआले दुनिया में उथल पुथल मची हुई है, दुनिया में उथल पुथल मची है। क्या स्ट्रॉन्ग कंट्री चाहिए या नहीं चाहिए? भारत को स्ट्रॉन्ग बनना चाहिए, हाँ जी बनना चाहिए। यूपी की इलैक्शन है, अनपढ़ बंदे का कट है, बेचारे इन्ने इकट्ठे किए ने, ਉਹਦੇ 'ਚੋਂ ਤੂੰ ਵੋਟਾਂ ਭਾਲ ਰਿਹਾ ਕਿ ਮੇਰੀ ਅਗਵਾਈ 'ਚ ਮੈਂ ਉਹ ਕਰ, ਇਹ ਨਹੀਂ ਦੱਸ ਰਿਹਾ ਕਿ ਮੈਂ ਬੱਚਿਆਂ ਨੂੰ ਉੱਥੋਂ ਲਿਆ ਜਾਏਗਾ ਨਹੀਂ, ਜਾਂ ਤੂੰ ਉੱਥੇ ਸ਼ਾਂਤੀ ਲਈ ਅਪੀਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਭਾਰਤ ਕੀ ਭੂਮਿਕਾ ਨਿਭਾ ਰਿਹਾ ਇਹ ਨਹੀਂ ਤੂੰ ਦੱਸ ਰਿਹਾ, ਤੇ ਦੱਸ ਰਿਹਾ ਹੈ ਕਿ ਵੋਟ ਦੇ ਦਿਓ ਜੀ। ਇਹਦੇ 'ਚ ਪੈਟਰੋਲ $100 ਪ੍ਰਤੀ ਬੈਰਲ ਹੋ ਚੁੱਕਿਆ, ਵੱਧ ਗਿਆ। ਆਹੋ ਇਹ ਤਾਂ ਚੋਣਾਂ ਕਰਕੇ ਜੇ ਆਪਾਂ ਇੱਥੇ ਖੜ੍ਹੇ ਮਾੜਾ ਜਾਂ 7 ਤਰੀਕ ਤੱਕ 7 ਨੂੰ ਲਾਸਟ ਹੈ, ਤੇ ਦੇਖ ਲੈਣਾ 15-20 ਰੁਪਏ ਲੀਟਰ ਤੇਲ ਵਧਿਆ ਹੋਇਆ, ਤੇ ਉਹ ਮਹਿੰਗਾਈ ਮਾਰ ਦੇਗੀ ਸਾਨੂੰ, ਸਾਡੇ ਚੁੱਲ੍ਹਿਆਂ ਤੱਕ ਆਏਗੀ। ਇਦੋਂ ਪਹਿਲਾਂ ਸੋਵੀਅਤ ਯੂਨੀਅਨ ਵੀ ਮਹਾਸ਼ਕਤੀ ਸੀ ਤੇ ਅਮਰੀਕਾ ਵੀ ਮਹਾਸ਼ਕਤੀ ਸੀ, ਹੁਣ ਰੂਸ ਦੁਬਾਰਾ ਮਹਾਸ਼ਕਤੀ ਬਣਨ ਦੀ ਟਰਾਈ ਦੇ ਵਿੱਚ ਹੈ। ਭਾਰਤ ਨੂੰ ਵੀ ਇਹੀ ਸੁਪਨਾ ਦਿਖਾ ਰਹੇ ਨੇ ਨਰਿੰਦਰ ਮੋਦੀ ਜੀ ਕਿ ਅਸੀਂ ਮਹਾਸ਼ਕਤੀ ਬਣਨਾ ਦੁਨੀਆ ਦੀ, ਔਰ ਉਹਨੂੰ ਵੀ ਜਿਹੜਾ ਇਹ ਦਿਮਾਗ 'ਚ ਮਹਾਸ਼ਕਤੀ ਦਾ ਕੀੜਾ ਹੈ, ਇਹ ਚੰਗਾ ਨੂੰ ਵੀ ਜਨਮ ਦਿੰਦਾ, ਇਹ ਟਕਰਾਵਾਂ ਨੂੰ ਜਨਮ ਦਿੰਦਾ, ਇਹ ਬਾਕੀ ਦੀਆਂ ਚੀਜ਼ਾਂ ਨੂੰ ਜਨਮ ਦਿੰਦਾ। ਬਾਹਰਲੇ ਜਿਹੜੇ ਸੀ ਅਮਰੀਕਾ ਸਮੇਤ ਬਾਕੀ ਦੇ ਸਾਰੇ ਸਮੇਤ ਨਾਟੋ ਯੂਕਰੇਨ ਨੂੰ ਕਹਿੰਦੇ ਰਹੇ ਸੀ ਤੇਰੇ ਨਾਲ ਆ, ਕੋਈ ਗੱਲ ਨਹੀਂ ਤੂੰ ਖੜਾ ਰਹਿ, ਕੋਈ ਇਹੋ ਜਿਹੀ ਗੱਲ ਨਹੀਂ। ਤੇ ਜਦੋਂ ਖੜਾ ਰਹਿਣ ਦੀ ਗੱਲ ਆਈ ਤੇ ਉਹਨਾਂ ਨੇ ਹਮਲਾ ਕਰਤਾ। ਹੁਣ ਉਹ ਕਹਿੰਦੇ ਮੇਰੀ ਮਦਦ ਕਰੋ, ਹੁਣ ਉਹ ਕਹਿੰਦੇ ਵੀ ਅਸੀਂ ਸਿੱਧੇ ਤਾਂ ਸ਼ਾਮਲ ਨਹੀਂ ਹੋ ਸਕਦੇ। ਇਹਨੇ ਕਿਹਾ ਵੀ ਜੇ ਨਾਟੋ ਦਾ ਮੈਂਬਰ ਬਣ ਗਿਆ ਤਾਂ ਜਿਹੜਾ ਉੱਥੇ ਨੇੜਲੇ ਦੇਸ਼ ਨੇ ਫਿਰ, ਤੇ ਨਾਟੋ ਤਾਂ ਮੇਰੇ ਤੱਕ ਆ ਜਾਊਗਾ, ਕੱਲ੍ਹ ਨੂੰ ਮੇਰੀ ਸਿਕਿਉਰਿਟੀ ਨੂੰ ਖਤਰਾ ਹੈ। ਉਹਦੀ ਮੇਜਰ ਮੰਗ ਹੀ ਇਹੀ ਰਹੀ। ਉਦੋਂ ਤੋਂ ਬਾਅਦ ਉਹਨੇ ਆ ਕੇ ਪਹਿਲਾਂ ਤਾਂ ਇਹ ਕਰਤਾ ਕਿ ਉਹ ਜਿਹੜੇ 2 ਸੂਬੇ ਨੇ ਇਹਦੇ ਨਾਲ ਯੂਕਰੇਨ ਦੇ ਨਾਲ ਸੀਗੇ, ਉਹਨਾਂ ਦੋਨਾਂ ਨੂੰ ਆਜ਼ਾਦ ਡਿਕਲੇਅਰ ਕਰਾਤਾ ਕਿ ਤੁਸੀਂ ਇਹ ਲਿਖ ਕੇ ਦਿਓ ਜਾਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਨਾਟੋ ਦੇ ਮੈਂਬਰ ਕਦੇ ਨਹੀਂ ਬਣੋਗੇ। ਨਾਟੋ ਦੇ ਮੈਂਬਰ ਜੇਕਰ ਬਣਦੇ ਹੋ ਤਾਂ ਮੇਰੀ ਸੁਰੱਖਿਆ ਨੂੰ ਖਤਰਾ ਹੈ ਜੀ, ਤੇ ਨਾਟੋ ਦੇ ਮੈਂਬਰ ਨਹੀਂ ਬਣਦੇ ਫਿਰ ਠੀਕ ਹੈ, ਤੇ ਤੁਸੀਂ ਰਹਿ ਸਕਦੇ ਹੋ, ਫਿਰ ਜੰਗ ਨਹੀਂ ਹੁੰਦੀ। ਫਿਰ ਜੰਗ ਨਹੀਂ ਹੁੰਦੀ। ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ, ਟੁੱਟੇ ਹੋਏ ਸੋਵੀਅਤ ਯੂਨੀਅਨ ਤਾਂ ਅਮਰੀਕਾ ਦੇ ਬਰਾਬਰ ਦੀ ਤਾਕਤ ਕੋਈ ਨਹੀਂ ਰਹੀ ਸੀ, ਤਾਂ ਜਾਂ ਤਾਂ ਨਾਟੋ ਉਦੋਂ ਖਤਮ ਕਰ ਦਿੰਦੇ ਵੀ ਹੁਣ ਭਾਈ ਲੋੜ ਨਹੀਂ ਹੈ ਆਪਣੀ, ਜਦ ਕੋਈ ਹੋਊਗੀ ਉਦੋਂ ਦੇਖਾਂਗੇ। ਉਹਨਾਂ ਨੇ ਤਾਂ ਆਪਣਾ ਕਾਇਮ ਰੱਖਿਆ ਕਿ ਹੁਣ ਮੈਂ ਸਰਦਾਰ ਬਣ ਗਿਆ ਤੇ ਆਪਾਂ ਸਾਰੇ ਕਿਤੇ ਚੱਲੂ। ਇੱਥੇ ਅਮਰੀਕਾ ਦਾ ਇੰਟਰਸਟ ਹੋ ਗਿਆ, ਨਾਟੋ ਦਾ ਇੰਟਰਸਟ ਹੋ ਗਿਆ। ਉਹਨਾਂ ਨੇ ਆਪਣੇ ਪੱਖ ਦਾ ਰਾਸ਼ਟਰਪਤੀ ਯੂਕਰੇਨ ਦੇ ਵਿੱਚ ਬਣਵਾ ਲਿਆ। ਜਦੋਂ ਆਪਣੇ ਪੱਖ ਦਾ ਬਣਾ ਲਿਆ ਤਾਂ 2000 ਇਹਦੇ 'ਚ 15 'ਚ ਆ ਕੇ ਜਿਹੜਾ ਉਹ ਕੀ ਕਰਦਾ, ਕਰੀਮੀਆ ਜਿਹੜਾ ਦੇਸ਼ ਸੀ ਉਹਨੂੰ ਇੰਡੀਪੈਂਡੈਂਟ ਆਜ਼ਾਦੀ ਦੇ ਦਿੰਦਾ, ਕਿਉਂ ਕਹਿੰਦਾ ਵੀ ਇਹ ਆਜ਼ਾਦ ਮੁਲਕ ਹੈ ਮੇਰੇ ਨਾਲ। ਉਹ ਇਹਦੇ 'ਚ ਹੋ ਗਿਆ। ਉਹਦੇ 'ਚ ਲੱਗਦਾ ਕਿ ਇੰਡੀਆ ਬੁਰੀ ਤਰ੍ਹਾਂ ਫਸਿਆ ਹੋਇਆ। ਇੰਡੀਆ ਸਟ੍ਰੈਟੇਜਿਕਲੀ ਰਣਨੀਤਿਕ ਤੌਰ 'ਤੇ ਹੋ ਗਿਆ ਸ਼ਾਮਲ ਅਮਰੀਕਾ ਤੇ ਇਜ਼ਰਾਈਲ ਦੇ ਨਾਲ। ਮਿਲਟਰੀ ਦੇ ਤੌਰ 'ਤੇ ਕਾਫੀ ਹੱਦ ਤੱਕ ਹੁਣ ਇਜ਼ਰਾਈਲ ਦਾ ਦਖਲ ਹੈ ਸਾਡੇ ਦੇਸ਼ ਦੇ ਵਿੱਚ, ਤੇ ਅਮਰੀਕਾ ਦਾ ਵੀ ਦਖਲ ਹੈ। ਹੁਣ ਤੁਸੀਂ ਇਹ ਦੇਖੋ ਕਿ ਪਹਿਲਾਂ ਤੁਸੀਂ ਯੂਕਰੇਨ ਨੂੰ ਚੱਕੀ ਗਿਓ, ਸਾਰੀ ਦੁਨੀਆ ਦੇ ਵਿੱਚ ਕੀ ਹੈ, ਯੂਕਰੇਨ ਹੈ ਉਹ ਗਰੀਬ ਮੁਲਕ ਹੈ ਮੁਕਾਬਲਤਨ, ਤਾਕਤਵਰ ਵੀ ਉਹਨਾਂ ਨਹੀਂ ਹੈ, ਉਹ ਫਸ ਗਿਆ। ਉਹ ਤਾਂ ਬੰਬਾਰਡਮੈਂਟ ਹੋ ਰਹੀ ਹੈ। ਬਾਕੀ ਹੈ ਦੁਨੀਆ 'ਚ ਕੋਈ ਹੈ ਜਿਹੜਾ ਕਹਿੰਦਾ ਉਹਨੂੰ ਬਚਾ ਲਓ ਯਾਰ, ਕੋਈ ਗੱਲ ਨਹੀਂ। ਨਾਟੋ ਵੀ ਪਿੱਛੇ ਹਟ ਗਈ, ਹੁਣ ਅਮਰੀਕਾ ਵੀ ਇਹ ਕਹਿ ਰਿਹਾ, ਦੂਰ ਖੜਾ ਧਮਕੀਆਂ ਦੇ ਰਿਹਾ, ਕੋਈ ਗੱਲ। ਇੱਕ ਰਾਏ ਬਣ ਰਹੀ ਹੈ ਦੁਨੀਆ ਦੇ ਵਿੱਚ। ਇਹਦਾ ਮਤਲਬ ਤਕੜੇ ਦਾ 70 20 100 ਹੋ ਗਿਆ ਵੀ ਜਿਹੜਾ ਫਿਰ ਵੱਡਾ ਹੈ ਉਹ ਤਾਂ ਜਦ ਮਰਜ਼ੀ ਹਮਲਾ ਕਰਕੇ ਜਿਹਦੇ 'ਤੇ ਮਰਜ਼ੀ ਉਹ ਕਰ ਲਿਆ ਕਰੇਗਾ। ਤੇ ਜਿੰਨੇ ਹਥਿਆਰਾਂ 'ਤੇ ਖਰਚ ਕਰ ਰਹੀਆਂ ਇਹ ਧਿਰਾਂ ਨੇ, ਔਰ ਹੋਰ ਕਰਨਗੀਆਂ ਇਸ ਤੋਂ ਬਾਅਦ ਸਭ ਜੰਗ ਤੋਂ ਬਾਅਦ, ਤਾਂ ਉਹ ਬੱਚਿਆਂ ਦੀ ਰੋਜੀ ਰੋਟੀ ਖੋਹ ਰਹੀਆਂ ਨੇ, ਉਹ ਸਿੱਖਿਆ ਖੋਹ ਰਹੀਆਂ ਨੇ, ਉਹ ਸਿਹਤ ਖੋਹ ਰਹੀਆਂ ਨੇ। ਦੇਸ਼ਾਂ ਦਾ ਉਨਾ ਹੀ ਬਜਟ ਹੈ, ਉਹ ਸਾਰਾ ਬਜਟ ਤੁਸੀਂ ਬਾਰੂਦ 'ਤੇ ਖਰਚ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਿਆ ਕੇ। ਤੁਹਾਨੂੰ ਬਹੁਤ ਵੱਡੇ ਪੱਧਰ 'ਤੇ ਇੱਕ ਗੱਲ ਸਾਡੇ ਸਾਹਮਣੇ ਹੁੰਦੀ, ਬੰਬ ਜਾਂ ਰੋਟੀ। ਲੋਕਾਂ ਨੂੰ ਰੋਟੀ ਚਾਹੀਦੀ ਹੈ ਜਾਂ ਬੰਬ ਚਾਹੀਦੇ ਨੇ? ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਯੂਕਰੇਨ ਤੇ ਰੂਸ ਦੇ ਵਿੱਚ ਇਸ ਸਮੇਂ ਭਿਆਨਕ ਹਾਲਾਤ ਨੇ, ਦੋਨਾਂ ਦੇ ਵਿੱਚ ਯੁੱਧ ਸ਼ੁਰੂ ਹੋ ਚੁੱਕਿਆ ਹੈ। ਸਭ ਤੋਂ ਅਹਿਮ ਸਵਾਲ ਹੈ ਕਿ ਯੂਕਰੇਨ ਤੇ ਰੂਸ ਆਪਸ ਵਿੱਚ ਭਿੜ ਕਿਉਂ ਰਹੇ ਨੇ, ਤੇ ਬਾਕੀ ਜੋ ਆਸ-ਪਾਸ ਦੇਸ਼ ਨੇ ਉਸ ਉੱਪਰ ਕੀ ਅਸਰ ਪਊਗਾ, ਔਰ ਖਾਸ ਕਰਕੇ ਇੰਡੀਆ ਭਾਰਤ ਵਿੱਚ ਇਸ ਦਾ ਕੀ ਅਸਰ ਦੇਖਣ ਨੂੰ ਮਿਲੇਗਾ। ਸਵਾਲ ਅਗਲਾ ਆ ਜਾਂਦਾ ਕਿ ਵਾਕਈ ਹੀ ਤੇਲ ਦੀਆਂ ਕੀਮਤਾਂ 'ਤੇ ਵੀ ਅਸਰ ਪਊਗਾ, ਕਿ ਤੇਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਊਗਾ, ਭਾਰਤ ਆਪਣੀ ਭੂਮਿਕਾ ਕੀ ਨਿਭਾ ਸਕਦਾ ਹੈ। ਉਹ ਸਭ ਤੋਂ ਅਹਿਮ ਸਵਾਲ ਹੈ ਕਿ ਯੂਕਰੇਨ
ਤੇ ਰੂਸ ਆਪਸ ਵਿੱਚ ਲੜ ਕਿਉਂ ਰਹੇ ਨੇ। ਨਾਟੋ ਦਾ ਵੀ ਜ਼ਿਕਰ ਕਰਾਂਗੇ, ਜ਼ਿਕਰ ਸੋਵੀਅਤ ਦਾ ਵੀ ਕਰਾਂਗੇ। ਜੋ ਸੋਵੀਅਤ ਸੰਘ ਤੋਂ ਆਜ਼ਾਦ ਹੋ ਜਾਂਦਾ ਹੈ 1991 ਵਿੱਚ ਯੂਕਰੇਨ, ਉਸ ਤੋਂ ਬਾਅਦ ਕਿਉਂ ਨਹੀਂ ਰੂਸ ਤੇ ਯੂਕਰੇਨ ਦੀ ਬਣ ਪਾਈ। 2015 ਵਿੱਚ ਇੱਕ ਸ਼ਾਂਤੀ ਸਮਝੌਤਾ ਹੁੰਦਾ ਦੋਨਾਂ ਰਾਸ਼ਟਰਪਤੀਆਂ ਦੇ ਵਿਚਕਾਰ ਰੂਸ ਤੇ ਯੂਕਰੇਨ ਵਿੱਚ, ਫਿਰ ਵੀ ਕਿਉਂ ਇਹ ਜੰਗ ਲੜੀ ਗਈ ਹੈ ਜਾਂ ਲੜੀ ਜਾ ਰਹੀ ਹੈ ਬਾਰਡਰ ਦੇ ਉੱਤੇ। ਚਰਚਾ ਕਰਾਂਗੇ, ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਦ ਸਿੰਘ। ਸ਼ੁਰੂਆਤ ਕਰਾਂਗੇ 1918 ਤੋਂ। ਸਰ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਸ਼ੁਕਰੀਆ ਸਰ, ਪਹਿਲਾ ਸਵਾਲ ਇਹ ਹੈ ਕਿ ਯੂਕਰੇਨ ਤੇ ਰੂਸ ਦੀ ਗੱਲ ਕਰੀਏ, ਪਿੱਛੇ ਜਾਣਾ ਪੈਣਾ ਹੈ, ਇਤਿਹਾਸ ਵਿੱਚ ਜਾਣਾ ਪੈਣਾ। ਯੂਕਰੇਨ ਅਲੱਗ ਕਿਉਂ ਹੋਇਆ ਸੀ ਰੂਸ ਤੋਂ? ਨਹੀਂ, ਅਸਲ ਤਾਂ ਅਲੱਗ ਸੀਗਾ ਹੀ, ਪਹਿਲਾਂ ਵੀ ਵਿੱਚ ਦੀ ਬਾਰ-ਬਾਰ ਉਹ ਹੁੰਦਾ ਰਿਹਾ, ਕਿਉਂਕਿ ਜਿਹੜੀ ਖਾਸ ਤੌਰ ਤੇ ਰੂਸ ਦੇ ਵਿੱਚ ਕ੍ਰਾਂਤੀ ਆਈ, ਜਿਹੜੀ ਰੈਵੋਲੂਸ਼ਨ ਸੀਗਾ 1917 ਦਾ, ਜਿਹੜਾ ਕਮਿਊਨਿਸਟ ਇਨਕਲਾਬ ਦੀ ਗੱਲ ਕਰਦੇ ਆ ਉਸ ਸਮੇਂ, ਤੇ ਇਹਦੇ ਦੌਰਾਨ ਹੀ ਮਤਲਬ ਪਹਿਲਾ ਸੰਸਾਰ ਯੁੱਧ ਵੀ ਚੱਲ ਰਿਹਾ ਸੀ 14 ਤੋਂ 18 ਤੱਕ ਵਾਲਾ। ਰੂਸ ਉਸ ਤੋਂ ਬਾਅਦ ਲੇਟ ਜਾ ਕੇ ਉਹਦੇ 'ਚ ਇਨਵੋਲਵ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਇਆ। ਤਾਂ ਉਸ ਤੋਂ ਬਾਅਦ ਚਲਦੇ ਇਹ ਹੋਇਆ ਕਿ ਦੋ ਵਿਚਾਰਧਾਰਾਵਾਂ ਦੀ ਲੜਾਈ ਇੱਥੇ ਸਟਾਰਟ ਹੋ ਗਈ ਸੀ। ਇੱਕ ਵਿਚਾਰਧਾਰਾ ਜਿਹੜੀ ਹੈ ਅਮਰੀਕਨ ਦੀ ਅਗਵਾਈ ਦੇ ਵਿੱਚ ਸੀਗੀ, ਉਸ ਪੱਧਰ ਦੇ ਉੱਤੇ ਚੱਲਦੀ, ਜਾਂ ਪਹਿਲਾਂ ਇੰਗਲੈਂਡ ਹੀ ਸੀ, ਅਸਲ 'ਚ ਬਰਤਾਨੀਆ ਸੀਗਾ ਮੇਨਲੀ, ਤਾਂ ਅਮਰੀਕਾ ਉਸ ਤੋਂ ਬਾਅਦ ਵਾਲੀ ਸੈਕੰਡ ਵਰਲਡ ਵਾਰ ਦੇ ਵਿੱਚ ਮੇਨ ਧਿਰ ਦੇ ਤੌਰ 'ਤੇ ਸਾਹਮਣੇ ਆਉਂਦਾ। ਅਤੇ ਦੂਜਾ ਵਿਚਾਰਧਾਰਾ ਉਹ ਸੀ ਜਿਹੜੀ ਪੂੰਜੀਵਾਦ ਦੇ ਖਿਲਾਫ ਕਮਿਊਨਿਸਟ ਵਿਚਾਰਧਾਰਾ, ਖੱਬੇ ਪੱਖੀ ਵਿਚਾਰਧਾਰਾ ਦਾ ਇੱਕ ਦੌਰ ਸੀ। ਔਰ ਸੋਵੀਅਤ ਯੂਨੀਅਨ ਜਿਹੜਾ ਬਣਿਆ USSR, ਜਿਹਦੇ ਵਿੱਚ ਇਹ ਕਾਫੀ ਬਾਅਦ ਦੇ ਵਿੱਚ ਸ਼ਾਮਲ ਹੋਏ ਸੂਬੇ ਯੂਕਰੇਨ ਸਮੇਤ, ਉਹ ਇਹ ਕਹਿ ਰਿਹਾ ਸੀ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਮੈਂ ਇਨਕਲਾਬ ਨੂੰ ਵਧਾਉਣਾ, ਜੇ ਬਾਕੀ ਦੇਸ਼ਾਂ ਦੇ ਵਿੱਚ ਇਨਕਲਾਬ ਹੋਣਗੇ ਤਾਂ ਸਾਡਾ ਇਨਕਲਾਬ ਬਚੂਗਾ, ਤਾਂ ਸਾਰੀ ਦੁਨੀਆ ਦੇ ਉੱਤੇ ਅਸੀਂ ਉਸ ਲੈਵਲ ਦਾ ਰਾਜ ਲਿਆਵਾਂਗੇ, ਨਹੀਂ ਤਾਂ ਨਹੀਂ। ਔਰ ਉਹ ਚਲਦੇ ਫਿਰ ਉਹਨਾਂ ਸਮਿਆਂ ਦੇ ਦੌਰਾਨ ਹੀ ਇੱਕ ਲਗਾਤਾਰ ਜਦੋਂ ਆਉਂਦਾ ਹੈ ਕਿ ਦੂਜੀ ਸੰਸਾਰ ਜੰਗ ਨੂੰ ਵੀ ਬਹੁਤਾ ਸਮਾਂ ਟੱਪਿਆ ਨਹੀਂ। ਪਹਿਲਾਂ ਇਹ ਲੱਗਦਾ ਸੀਗਾ ਕਿ 18 ਤੋਂ ਬਾਅਦ ਸ਼ਾਇਦ ਛੇਤੀ ਕੀਤਿਆਂ ਨੁਕਸਾਨ ਕਾਫੀ ਹੋ ਗਿਆ, ਨਾ ਹੋਵੇ। ਔਰ ਉਹ 1939 ਦੇ ਵਿੱਚ ਦੁਬਾਰਾ ਫਿਰ ਦੂਜੀ ਸੰਸਾਰ ਜੰਗ ਸ਼ੁਰੂ ਹੋ ਜਾਂਦੀ ਹੈ। ਉਹ 'ਚ ਤਾਂ ਫਿਰ ਇਹ ਮੇਜਰ ਪਲੇਅਰ ਹੁੰਦੇ ਨੇ, ਮਤਲਬ ਬਰਤਾਨੀਆ ਦੀ ਅਗਵਾਈ ਦੇ ਵਿੱਚ ਇੱਕ ਪਾਸੇ ਹੈ, ਅਤੇ ਅਮਰੀਕਾ ਕੋਲ ਪਰਮਾਣੂ ਬੰਬ ਉਦੋਂ ਡਿਵੈਲਪ ਹੋ ਜਾਂਦਾ, ਜਿਹੜਾ 6 ਅਗਸਤ 1945 ਅਤੇ 9 ਅਗਸਤ ਨੂੰ ਸੁੱਟੇ ਜਾਂਦੇ ਨੇ ਹੀਰੋਸ਼ੀਮਾ ਨਾਗਾਸਾਕੀ 'ਤੇ। ਪਰ ਨਾਲ ਦੀ ਨਾਲ ਪੈਰਲਲ ਫਿਰ ਇੱਕ ਗਰੁੱਪ ਹੋਰ ਸ਼ੁਰੂ ਹੋ ਜਾਂਦਾ। ਉਦੋਂ ਅਮਰੀਕਾ ਦੀ ਸਾਈਡ ਮਤਲਬ ਬਰਤਾਨੀਆ ਦੀ ਬਜਾਏ ਬੌਸ ਅਮਰੀਕਾ ਬਣ ਜਾਂਦਾ ਕਿਸੇ ਨਾ ਕਿਸੇ ਉੱਧਰਲੇ ਦੂਜੇ ਕੈਂਪ ਦਾ। ਅਤੇ ਜਿਹੜੀ ਨਾਟੋ ਬਣਦੀ ਹੈ, ਅਤੇ ਨਾਟੋ ਦਾ ਮੁਖੀ ਨਾਰਮਲੀ ਅਮਰੀਕਾ ਹੀ ਹੈ, ਕਿਉਂਕਿ ਜਿਹੜਾ ਸਭ ਤੋਂ ਬੜਾ, ਜਿਹਦੇ 'ਚ 30 ਦੇਸ਼ ਨੇ ਹੁਣ, ਉਹਦੇ ਪੈਰਲਲ ਸੋਵੀਅਤ ਯੂਨੀਅਨ ਬਣਾਉਂਦਾ ਵਾਰਸਾ ਪੈਕਟ ਉਹਨੂੰ ਕਹਿੰਦੇ ਨੇ। ਜਿਹੜੇ ਵਾਰਸਾ ਪੈਕਟ ਜਿਹੜੇ ਕਮਿਊਨਿਸਟ ਜਾਂ ਇਹਨਾਂ ਦੇ ਹਮਦਰਦ ਦੇਸ਼ ਸੀ, ਉਹ ਸਾਰੇ ਇਕੱਠੇ ਹੁੰਦੇ ਨੇ ਇੱਕ ਬਲਾਕ ਦੇ ਵਿੱਚ, ਦੂਜਾ ਦੂਜੇ ਬਲਾਕ ਦੇ ਵਿੱਚ ਹੁੰਦਾ। ਭਾਰਤ ਜਦੋਂ ਬਣਿਆ ਮਤਲਬ 1945 ਤੋਂ ਬਾਅਦ 47 ਤੋਂ ਬਾਅਦ, ਤਾਂ ਇਹਨਾਂ ਨੇ ਇਹ ਕਿਹਾ ਕਿ ਅਸੀਂ ਨਾਨ ਅਲਾਈਨ ਮੂਵਮੈਂਟ ਨੂੰ ਅੱਗੇ ਵਧਾਵਾਂਗੇ, ਅਸੀਂ ਕਿਸੇ ਕੈਂਪ 'ਚ ਨਹੀਂ ਜਾਣਾ, ਮਤਲਬ ਗੁੱਟ ਨਿਰਲੇਪ ਰਹਾਂਗੇ ਅਸੀਂ। ਨਹਿਰੂ ਦੀ ਪਾਲਿਸੀ ਇਹ ਪੰਚਸ਼ੀਲ ਦੀ ਇੱਕ ਪਾਲਿਸੀ ਜਿਹੜੀ ਇਹ ਸੀ ਵੀ ਅਸੀਂ ਸ਼ਾਂਤੀ ਪਸੰਦ, ਅਸੀਂ ਕਿਸੇ ਗਰੁੱਪ ਨਾਲ ਨਹੀਂ ਜਾਣਾ, ਉਹ ਸਾਰੇ ਮਾਮਲੇ ਦੇ ਵਿੱਚ ਆਏ। ਪਰ ਠੰਡੀ ਜੰਗ ਜਿਹਨੂੰ ਕਿਹਾ ਜਾਂਦਾ, ਠੰਡੀ ਜੰਗ ਦਾ ਮਤਲਬ ਹੈ ਕਿ ਜੰਗ ਨਹੀਂ ਲੱਗੀ, ਪਰ ਹਥਿਆਰਾਂ ਦੀ ਦੌੜ ਬਹੁਤ ਵੱਡੇ ਪੱਧਰ 'ਤੇ ਚੱਲਦੀ ਹੈ। ਹਥਿਆਰਾਂ ਦੀ ਦੌੜ ਦੋਨੇ ਪਾਸੇ ਬਹੁਤ ਵੱਡੇ ਪੱਧਰ 'ਤੇ ਚੱਲਦੀ ਰਹੀ, ਔਰ ਦੋਨੋਂ ਪਾਸੇ ਪਰਮਾਣੂ ਬੰਬ ਬਣਾਉਂਦੇ ਰਹੇ, ਅਤੇ ਆਪੋ ਆਪਣੇ ਹਮੈਤੀਆਂ ਨੂੰ ਦਿੰਦੇ ਵੀ ਰਹੇ। ਸਪੋਜ਼ ਕਰੋ ਭਾਰਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਬੰਗਲਾਦੇਸ਼ ਬਣਾਉਣਾ 71 'ਚ, ਉਹਦੇ 'ਚ ਸੋਵੀਅਤ ਸੰਘ ਦਾ ਬੜਾ ਵੱਡਾ ਯੋਗਦਾਨ ਹੈ, ਕਿਉਂਕਿ ਭਾਰਤ ਦੀ ਹਮਾਇਤ ਸੋਵੀਅਤ ਸੰਘ ਕਰਦਾ ਸੀ, ਪਾਕਿਸਤਾਨ ਦੇ ਨਾਲ ਅਮਰੀਕਾ ਸੀ, ਦੋਨੋਂ ਬਲਾਕਾਂ 'ਚੋਂ ਆਪਸ ਦੇ ਵਿੱਚ ਖੜੇ ਹੁੰਦੇ ਰਹੇ। ਅਮਰੀਕਾ ਨੇ ਉਹ ਸਪੋਰਟ ਤਾਂ ਨਹੀਂ ਕੀਤੀ ਸੀ 1971 ਵਿੱਚ, ਭਾਰਤ ਦੀ ਸਪੋਰਟ ਤੋਂ ਰੂਸ ਨੇ ਕੀਤੀ ਸੀ, ਜੇ ਪਿੱਛੇ ਜਾ ਕੇ ਦੇਖੀਏ ਤਾਂ। ਮੈਂ ਇਹੀ ਕਹਿ ਰਿਹਾ ਕਿ ਬਲਾਕ ਦੇ ਵਿੱਚੋਂ ਰੂਸ ਸੋਵੀਅਤ ਸੰਘ ਸੀ, ਉਹ USSR, ਉਹ ਭਾਰਤ ਦੇ ਪਾਸੇ ਖੜਾ ਸੀ। ਸ਼ੁਰੂ ਤੋਂ ਸਟ੍ਰੈਟਜੀ ਉਹ ਇਹ ਬਣ ਗਈ, ਪਾਕਿਸਤਾਨ ਅਮਰੀਕਾ ਨਾਲ ਅਲਾਈ ਹੋ ਗਿਆ, ਉਹਦੇ 'ਤੇ ਨਿਰਭਰ ਹੋ ਗਿਆ ਉਸੇ ਲਈ। ਔਰ ਸੋਵੀਅਤ ਸੰਘ ਦੀ ਅਤੇ ਬਾਕੀ ਦੇਸ਼ਾਂ ਦੀ ਹਮਾਇਤ ਨਾਲ ਹੀ ਭਾਰਤ ਤੋੜ ਸਕਿਆ ਨਾ ਉਹਨੂੰ। ਵੈਸੇ ਤਾਂ ਮੁਕਤੀ ਬਾਣੀ ਗਈ, ਬਾਕੀ ਅਸੀਂ ਵੀ ਉਹੀ ਕੀਤਾ ਜੋ ਅੱਜ ਕੱਲ੍ਹ ਇੱਕ ਕੀਤੇ ਜਾ ਰਹੇ ਨੇ, ਕੋਈ ਬਾਹਲਾ ਫਰਕ ਨਹੀਂ ਸੀ ਉਸ ਸਮੇਂ ਕਿ ਅਸੀਂ ਕਹੀਏ ਕਿ ਅਸੀਂ ਤਾਂ ਠੀਕ ਕੀਤਾ, ਦੂਜਾ ਗਲਤ ਕਰ ਰਿਹਾ। ਜਿਹੜਾ ਜੰਗ ਦੇ ਨਾਲ ਦੇਸ਼ਾਂ ਨੂੰ ਤੋੜਨਾ, ਜੰਗ ਦੇ ਨਾਲ ਆਪਣੇ ਆਪ 'ਚ ਮਿਲਾਉਣਾ ਜਾਂ ਬਾਕੀ ਕਰਨਾ, ਉਹਦੇ ਨਾਲ ਮਨੁੱਖੀ ਜਾਨਾਂ ਤਾਂ ਜਾਂਦੀਆਂ ਨੇ, ਬਾਕੀ ਵੀ ਸਾਰਾ ਕੁਝ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ। ਅਤੇ ਹੁਣ ਜਿਹੜਾ ਯੂਕਰੇਨ ਦੇ ਵਿੱਚ ਸੀਗਾ, ਪਹਿਲਾਂ ਲੰਮੇ ਸਮੇਂ ਦੇ ਵਿੱਚ ਇੱਕ ਗੱਲ ਹੋ ਗਈ ਸੀ, ਜਦੋਂ ਦਾ ਸੋਵੀਅਤ ਯੂਨੀਅਨ ਟੁੱਟਿਆ 1991 ਦੇ ਵਿੱਚ, 90-91 'ਚ, ਉਦੋਂ ਤੋਂ ਇਹ ਲੱਗਣ ਲੱਗ ਗਿਆ ਸੀ ਕਿ ਹੁਣ ਸਾਰੀ ਦੁਨੀਆ ਦਾ ਸਰਦਾਰ ਇੱਕੋ ਹੀ ਹੈ, ਉਹ ਹੈ ਅਮਰੀਕਾ। ਹੁਣ ਦੁਨੀਆ ਨੂੰ ਉਹਦੇ ਮੁਤਾਬਕ ਚੱਲਣਾ ਪਏਗਾ, ਅਤੇ ਦੂਜਾ ਕੋਈ ਪੋਲ ਨਹੀਂ ਹੈ, ਦੂਜਾ ਕੋਈ ਬਰਾਬਰ ਦਾ ਧਿਰ ਨਹੀਂ ਹੈ। ਉਹਦੇ ਸਮੇਂ ਦੇ ਵਿੱਚ ਵੀ ਫਿਰ ਅਮਰੀਕਾ ਕੀ ਕਰਦਾ ਰਿਹਾ, ਚਾਹੇ ਖਾੜੀ ਦੇ ਵਿੱਚ ਸੀ, ਇਰਾਕ ਦੇ ਉੱਤੇ ਕੁਵੈਤ ਦੇ ਰਾਹੀਂ ਜਾ ਕੇ ਉਹਦੇ 'ਤੇ ਵੀ ਹਮਲਾ, ਉੱਥੇ ਵੀ ਫੌਜਾਂ ਗਈਆਂ,
ਅਫਗਾਨਿਸਤਾਨ ਦੇ ਵਿੱਚ ਵੀ ਫੌਜਾਂ ਰਹੀਆਂ ਬੜਾ ਲੰਮਾ ਸਮਾਂ, 94 ਤੋਂ ਬਾਅਦ ਲਗਾਤਾਰ ਅਮਰੀਕਾ ਆ ਗਿਆ, ਪਹਿਲਾਂ ਸੋਵੀਅਤ ਯੂਨੀਅਨ ਸੀ ਅਫਗਾਨਿਸਤਾਨ ਦੇ ਵਿੱਚ। ਔਰ ਉਹ ਜਿਹੜੀਆਂ ਫੌਜਾਂ ਲਗਾਤਾਰ ਚੱਲਦੀਆਂ ਰਹੀਆਂ, ਪਰ ਉਹਦੇ 'ਚ ਵੀ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਹੁਣ ਡਾਇਰੈਕਟ ਦੂਜੇ ਦੇਸ਼ ਨੂੰ ਫੌਜਾਂ ਰਾਹੀਂ ਕਬਜ਼ੇ 'ਚ ਰੱਖਣਾ ਬਹੁਤਾ ਸੌਖਾ ਕੰਮ ਨਹੀਂ ਹੈ। ਔਰ ਇੱਕ ਕਿਤਾਬ ਲਿਖੀ ਸੀ ਜੋਸਫ ਸਟਿਗਲਿਟਸ ਨੇ ਅਮਰੀਕਾ ਦੇ ਇਰਾਕ ਦੇ ਮਾਮਲੇ 'ਚ, ਉਹ ਕਹਿੰਦਾ ਸੀ $3 ਟ੍ਰਿਲੀਅਨ ਵਾਰ, 3 ਖਰਬ ਡਾਲਰ ਦੀ 'ਚ ਪਈ ਹੈ ਉਹ ਜਿਹੜੀ ਜੰਗ ਹੈ ਇਰਾਕ ਦੀ ਜੰਗ। ਉੱਥੋਂ ਵੀ ਅਮਰੀਕਾ ਹੱਥ ਜੋੜ ਕੇ ਭੱਜਿਆ ਅਤੇ ਅਫਗਾਨਿਸਤਾਨ ਦੇ ਵਿੱਚੋਂ ਵੀ ਹੱਥ ਜੋੜ ਕੇ ਭੱਜਿਆ, ਬਾਵਜੂਦ ਐਡੇ ਤਾਕਤਵਰ ਦੇਸ਼ ਦੇ। ਅਤੇ ਹੌਲੀ ਹੌਲੀ ਇਸੇ ਸਮੇਂ ਦੇ ਦੌਰਾਨ ਰੂਸ ਨੇ ਆਪਣੇ ਆਪ ਨੂੰ ਦੁਬਾਰਾ ਖੜ੍ਹਾ ਕੀਤਾ, ਦੁਬਾਰਾ ਖੜ੍ਹਾ ਕਰਕੇ ਆਪਣੀ ਮਿਲਟਰੀ ਵੀ, ਆਪਣੀ ਆਰਥਿਕਤਾ ਵੀ ਅਤੇ ਬਾਕੀ ਚੀਜ਼ਾਂ ਵੀ, ਕਿਉਂਕਿ ਉਹਦੇ ਕੋਲ ਤੇਲ ਦੇ ਵੀ ਭੰਡਾਰ ਨੇ, ਦੁਨੀਆ ਦੇ ਵੱਡਾ ਹਿੱਸਾ ਤੇਲ ਉਹਦੇ 'ਚੋਂ ਜਾਂਦਾ। ਔਰ ਕਣਕ ਦਾ ਵੀ ਯੂਕਰੇਨ ਅਤੇ ਰੂਸ 40% ਪੂਰੀ ਦੁਨੀਆ ਦੀ ਕਣਕ ਜਿਹੜੀ ਹੈ ਉੱਥੋਂ ਜਾਂਦੀ ਹੈ ਬਾਕੀ ਦੇਸ਼ਾਂ ਨੂੰ ਖਵਾਉਣ ਦੇ ਵਾਸਤੇ। ਉਹਨੇ ਜਦੋਂ ਦੁਬਾਰਾ ਆਪਣੇ ਆਪ ਨੂੰ ਖੜ੍ਹਾ ਕਰ ਲਿਆ ਤਾਂ ਇੱਥੇ ਅਮਰੀਕਾ ਦਾ ਇੰਟਰਸਟ ਹੋ ਗਿਆ, ਨਾਟੋ ਦਾ ਇੰਟਰਸਟ ਹੋ ਗਿਆ। ਉਹਨਾਂ ਨੇ ਆਪਣੇ ਪੱਖ ਦਾ ਰਾਸ਼ਟਰਪਤੀ ਯੂਕਰੇਨ ਦੇ ਵਿੱਚ ਬਣਵਾ ਲਿਆ। ਜਦੋਂ ਆਪਣੇ ਪੱਖ ਦਾ ਬਣਾ ਲਿਆ ਤਾਂ 2015 'ਚ ਆ ਕੇ ਜਿਹੜਾ ਉਹ ਕੀ ਕਰਦਾ, ਕਰੀਮੀਆ ਜਿਹੜਾ ਦੇਸ਼ ਸੀ ਉਹਨੂੰ ਇੰਡੀਪੈਂਡੈਂਟ ਆਜ਼ਾਦੀ ਦੇ ਦਿੰਦਾ, ਕੋਈ ਕਹਿੰਦਾ ਵੀ ਇਹ ਆਜ਼ਾਦ ਮੁਲਕ ਹੈ ਮੇਰੇ ਨਾਲ, ਉਹ ਇਹਦੇ 'ਚੋਂ ਗਿਆ। ਅਤੇ ਹੁਣ ਆਉਂਦੇ ਆਉਂਦੇ ਜਦੋਂ ਇਹਨੂੰ ਇਹ ਲੱਗਿਆ ਕਿ ਇਹ ਨੈਟੋ ਦੇ ਮੈਂਬਰ ਬਣ ਸਕਦੇ, ਨੈਟੋ ਨੇ ਕਹਿਤਾ ਵੀ ਸਾਡੀ ਮੈਂਬਰੀ ਖੁੱਲ੍ਹੀ ਹੈ। ਦੇਸ਼ ਤੇ ਉਹ ਫਿਰ ਕਬਜ਼ਾ ਵੀ ਕਰ ਲਿਆ ਸੀ ਕਰੀਮੀਆ 'ਤੇ। ਕਰੀਮੀਆ ਹੁਣ ਉਹਦੇ ਨਾਲ ਹੈ ਅਤੇ ਉਹ ਆਪਣਾ ਸੋਵੀਅਤ ਰੂਸ ਦੇ ਨਾਲ ਹੈ, ਮਤਲਬ ਕਰੀਮੀਆ ਇੱਧਰੋਂ ਹਟ ਗਿਆ ਜਿਹੜਾ ਇਸ ਸਾਈਡ ਤੋਂ। ਫਿਰ ਉਹਨੇ ਕਿਹਾ ਜਾਰਜੀਆ ਨੂੰ ਵੀ ਅਤੇ ਇਹਨੂੰ ਯੂਕਰੇਨ ਨੂੰ ਅਸੀਂ ਦੇ ਦਿਆਂਗੇ ਮੈਂਬਰਸ਼ਿਪ ਨਾਟੋ ਦੀ। ਉਹ ਖੁੱਲ੍ਹਾ ਛੱਡਤਾ, ਨਾ ਦਿੱਤੀ ਗਈ ਅਤੇ ਨਾ ਨਹੀਂ ਦਿੱਤੀ ਗਈ। ਇਹਨੇ ਕਿਹਾ ਵੀ ਜੇ ਨਾਟੋ ਦਾ ਮੈਂਬਰ ਬਣ ਗਿਆ ਤਾਂ ਜਿਹੜਾ ਉੱਥੇ ਨੇੜਲੇ ਦੇਸ਼ ਨੇ ਫਿਰ, ਅਤੇ ਨਾਟੋ ਤਾਂ ਮੇਰੇ ਤੱਕ ਆ ਜਾਊਗਾ, ਕੱਲ੍ਹ ਨੂੰ ਮੇਰੀ ਸਿਕਿਉਰਿਟੀ ਨੂੰ ਖਤਰਾ ਹੈ। ਉਹਦੀ ਮੇਜਰ ਮੰਗ ਹੀ ਇਹੀ ਰਹੀ। ਉਦੋਂ ਤੋਂ ਬਾਅਦ ਉਹਨੇ ਆ ਕੇ ਪਹਿਲਾਂ ਤਾਂ ਇਹ ਕਰਤਾ ਕਿ ਉਹ ਜਿਹੜੇ 2 ਸੂਬੇ ਨੇ ਇਹਦੇ ਨਾਲ ਯੂਕਰੇਨ ਦੇ ਨਾਲ ਸੀਗੇ, ਉਹਨਾਂ ਦੋਨਾਂ ਨੂੰ ਆਜ਼ਾਦ ਡਿਕਲੇਅਰ ਕਰਾਤਾ ਕਿ ਤੁਸੀਂ ਆਜ਼ਾਦ ਦੇਸ਼ ਹੋ, ਖੁਦ ਮੁਖਤਿਆਰ ਹੋ, ਮੈਂ ਤੇਰੇ ਨਾਲ। ਉੱਥੇ ਫੌਜ ਲਿਆਂਦੀ ਆਪਦੀ ਅਤੇ ਉਹ ਆਜ਼ਾਦ ਹੀ ਨੇ, ਕੋਈ ਕੁਝ ਨਹੀਂ ਹੋਇਆ। ਬਾਕੀ ਕਿਸੇ ਦੇਸ਼ ਨੇ ਨਾ ਨਾਟੋ ਨੇ ਮਦਦ ਕੀਤੀ ਨਾ ਵਾਸਤੇ। ਉਦੋਂ ਬਾਅਦ ਹੁਣ ਉਹ ਪ੍ਰੈਸ਼ਰਾਈਜ਼ ਕਰ ਰਿਹਾ ਸੀ ਯੂਕਰੇਨ 'ਤੇ ਕਿ ਤੁਸੀਂ ਇਹ ਲਿਖ ਕੇ ਦਿਓ ਜਾਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਨਾਟੋ ਦੇ ਮੈਂਬਰ ਕਦੇ ਨਹੀਂ ਬਣੋਗੇ। ਨਾਟੋ ਦੇ ਮੈਂਬਰ ਜੇਕਰ ਬਣਦੇ ਹੋ ਤਾਂ ਮੇਰੀ ਸੁਰੱਖਿਆ ਨੂੰ ਖਤਰਾ ਹੈ ਜੇ, ਅਤੇ ਨਾਟੋ ਦੇ ਮੈਂਬਰ ਨਹੀਂ ਬਣਦੇ ਫਿਰ ਠੀਕ ਹੈ ਅਤੇ ਤੁਸੀਂ ਰਹਿ ਸਕਦੇ ਹੋ, ਫਿਰ ਜੰਗ ਨਹੀਂ ਹੁੰਦੀ। ਅਤੇ ਉੱਧਰੋਂ ਬਾਹਰਲੇ ਜਿਹੜੇ ਸੀ ਅਮਰੀਕਾ ਸਮੇਤ ਬਾਕੀ ਦੇ ਸਾਰੇ ਸਮੇਤ ਨਾਟੋ ਯੂਕਰੇਨ ਨੂੰ ਕਹਿੰਦੇ ਰਹੇ ਸੀ ਤੇਰੇ ਨਾਲ ਆ, ਕੋਈ ਗੱਲ ਨਹੀਂ, ਤੂੰ ਖੜ੍ਹਾ ਰਹਿ, ਕੋਈ ਇਹੋ ਜਿਹੀ ਗੱਲ ਨਹੀਂ। ਅਤੇ ਜਦੋਂ ਖੜ੍ਹਾ ਰਹਿਣ ਦੀ ਗੱਲ ਆਈ ਅਤੇ ਉਹਨਾਂ ਨੇ ਹਮਲਾ ਕਰਤਾ। ਹੁਣ ਉਹ ਕਹਿੰਦੇ ਮੇਰੀ ਮਦਦ ਕਰੋ। ਹੁਣ ਉਹ ਕਹਿੰਦੇ ਵੀ ਅਸੀਂ ਸਿੱਧੇ ਤਾਂ ਸ਼ਾਮਲ ਨਹੀਂ ਹੋ ਸਕਦੇ, ਕਿਉਂਕਿ ਸਿੱਧੇ ਤਾਂ ਸ਼ਾਮਲ ਹੋਵਾਂਗੇ ਤਾਂ ਸਾਡਾ ਤੂੰ ਮੈਂਬਰ ਨਹੀਂ ਹੈ ਫਿਲਹਾਲ। ਨੇੜਲੇ ਪੋਲੈਂਡ ਵਗੈਰਾ, ਹੰਗਰੀ ਵਗੈਰਾ ਜਿਹੜੇ ਨੇੜੇ ਨੇ, ਨੇੜਲੇ ਦੇਸ਼ ਨੇ, ਉਹ ਉਹਦੇ ਮੈਂਬਰ ਨੇ। ਹੁਣ ਉਹ ਕਹਿੰਦਾ ਜੇ ਪੋਲੈਂਡ ਤੱਕ ਆਏਗੀ, ਨੇੜਲੇ ਮੇਰੇ ਹੱਥ ਤੱਕ ਆਏਗੀ ਤਾਂ ਮੈਂ ਸ਼ਾਮਲ ਹੋਊਂਗਾ ਉਹ ਜੰਗ ਦੇ ਵਿੱਚ। ਹੁਣ ਫਸ ਗਿਆ ਉਸ ਪੱਧਰ ਦੇ ਉੱਤੇ ਯੂਕਰੇਨ ਦੀ ਨਾ ਮਿਲਟਰੀ ਪਾਵਰ ਰੂਸ ਦੇ ਬਰਾਬਰ ਹੈ, ਨਾ ਆਰਥਿਕ ਪਾਵਰ ਰੂਸ ਦੇ ਬਰਾਬਰ ਹੈ, ਕਿਉਂਕਿ ਬਹੁਤ ਵੱਡਾ ਇੱਕ ਸੈਟਅਪ ਹੈ। ਲਗਭਗ 4.5 ਕਰੋੜ ਪਾਪੂਲੇਸ਼ਨ ਹੈ ਯੂਕਰੇਨ ਦੀ। ਅਤੇ ਹਾਲਾਂਕਿ ਇਲਾਕੇ ਦੇ ਲਿਹਾਜ਼ ਦੇ ਨਾਲ ਇਹ ਯੂਰਪ ਦੇ ਵਿੱਚ ਰੂਸ ਤੋਂ ਬਾਅਦ ਦੂਜਾ ਦੇਸ਼ ਹੈ ਵੱਡਾ। ਅੱਛਾ ਸਰ, ਹੁਣ ਪੁਤਿਨ ਨੇ ਜੋ ਗੱਲ ਕਹੀ ਹੈ ਕਿ ਜੇ ਕੋਈ ਵੀ ਜੰਗ ਵਿੱਚ ਆਇਆ ਤਾਂ ਉਹਦਾ ਹਸ਼ਰ ਆਉਣ ਵਾਲਾ ਇਤਿਹਾਸ ਦੇਖੂਗਾ ਤੇ ਯਾਦ ਰੱਖੂਗਾ, ਕਿ ਨਾਟੋ ਅਤੇ ਅਮਰੀਕਾ ਇਸ ਕਰਕੇ ਲੱਤਾਂ ਖਿੱਚ ਗਏ ਨੇ ਆਪਣੀਆਂ ਵੀ ਅਸੀਂ ਯੂਕਰੇਨ ਦੇ ਨਾਲ ਨਹੀਂ ਜਾਣਾ? ਨਹੀਂ, ਉਹ ਤਾਂ ਹੈ ਹੀ ਹੈ। ਉਹਨੇ ਕਲੀਅਰ ਕੱਟ ਸਿੱਧੀ ਭਾਸ਼ਾ 'ਚ ਕਿਹਾ ਕਿ ਸਭ ਨਾਲ ਦੇਖ ਲਾਂਗੇ ਜੋ ਵੀ ਤੁਸੀਂ ਜਿਹੜਾ ਵੀ ਆਊਗਾ। ਪਰ ਨਾਲ ਦੀ ਨਾਲ ਇੱਕ ਇਹ ਵੀ ਹੈ, ਉਹਨਾਂ ਨੂੰ ਵੀ ਪਤਾ ਸਮੇਤ ਨਾਟੋ ਅਤੇ ਅਮਰੀਕਾ ਨੂੰ ਵੀ ਜੰਗ ਦਾ ਮਤਲਬ ਕੀ ਹੋਣਾ ਹੈ। ਜੰਗ ਵੀ ਮੂਹਰੇ ਰੂਸ ਵਰਗਾ ਹੋਵੇ ਤਾਂ ਜੰਗ ਦਾ ਕੀ ਮਤਲਬ ਹੁੰਦਾ ਹੈ। ਅਫਗਾਨਿਸਤਾਨ ਦੇ ਵਿੱਚੋਂ ਤੁਸੀਂ ਭੱਜ ਕੇ ਗਏ ਹੋ ਹੱਥ ਜੋੜ ਕੇ, ਬਾਕੀ ਜਗ੍ਹਾ ਦੇ ਗਏ ਹੋ। ਔਰ ਜੇ ਛੋਟੇ ਛੋਟੇ ਉਹ ਦੇਸ਼ ਜਿਹੜਾ ਇਰਾਕ ਵਰਗਾ ਦੇਸ਼ ਅਤੇ ਬਾਕੀ ਦੇਸ਼ ਕਬਜ਼ੇ 'ਚ ਨਹੀਂ ਰੱਖ ਪਾਏ ਤਾਂ ਰੂਸ ਨਾਲ ਲੜਾਈ ਲੜਨਾ ਐਡਾ ਸੌਖਾ ਕੰਮ ਨਹੀਂ ਨਾ ਜਿੰਨਾ ਤੁਸੀਂ ਉਸ ਪੱਧਰ ਦੇ ਉੱਤੇ ਕਰਦੇ ਹੋ। ਉਹਦੇ 'ਚ ਫਿਰ ਤਕਨੀਕਾਂ ਆ ਜਾਂਦੀਆਂ ਨੇ, ਫਿਰ ਆਰਥਿਕ ਬੰਦਸ਼ਾਂ ਆ ਜਾਂਦੀਆਂ ਨੇ। ਅਸੀਂ ਆਹ ਬੈਂਕਾਂ ਨੂੰ ਬੰਦ ਕਰ ਦਾਂਗੇ, ਬਾਕੀ ਨੂੰ ਵਪਾਰ ਬੰਦ ਕਰ ਲਾਂਗੇ, ਜੇ ਉਹ ਸਾਰਾ ਕੁਝ ਸਭ ਦੇ ਸਾਹਮਣੇ ਆ ਰਿਹਾ। ਹੁਣ ਉਹ ਬੰਦਸ਼ਾਂ ਤੱਕ ਤਾਂ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ, ਨਾ UN ਦੇ ਮਤੇ ਦਾ ਅਸਰ ਹੋਇਆ, ਨਾ ਉਹਨਾਂ ਦੀਆਂ ਲਾਈਆਂ ਬੰਦਸ਼ਾਂ ਦਾ ਅਸਰ ਹੋਇਆ। ਉਹ ਕਹਿੰਦਾ ਹੁਣ ਆਰ ਪਾਰ ਦੀ ਲੜਾਈ ਜਾਂ ਤਾਂ ਤੂੰ ਹਥਿਆਰ ਸੁੱਟ ਦੇ, ਬਿਨਾਂ ਹਥਿਆਰਾਂ ਤੋਂ ਫੌਜ ਦੀ ਗੱਲ ਕਰ, ਜਾਂ ਫਿਰ ਅਸੀਂ ਹਮਲਾ ਲਗਾਤਾਰ ਜਾਰੀ ਰੱਖਾਂਗੇ। ਰੂਸ ਤਾਂ ਇਹ ਵੀ ਕਹਿ ਦਿੰਦੇ ਕਿ ਅਮਰੀਕਾ ਹੀ ਕਹਿ ਦੇਵੇ ਵੀ ਨਾਟੋ ਵਿੱਚ ਨਹੀਂ ਸ਼ਾਮਲ ਹੋਣ ਦੇਵਾਂਗੇ। ਇਹ ਰੂਸ ਨੇ ਗੱਲ ਰੱਖੀ ਹੈ ਵੀ ਨਹੀਂ। ਉਹ ਤਾਂ ਫਿਰ ਜੇ ਅਮਰੀਕਾ ਮੈਨੂੰ ਪਹਿਲਾਂ ਤਾਂ ਯੂਕਰੇਨ ਨੂੰ ਹੀ ਕਹਿਣਾ ਪਊ ਮੈਂ ਨਹੀਂ ਜਾਂਦਾ। ਜਿਹੜਾ ਮਾੜਾ ਹੁੰਦਾ ਉਹ ਪਹਿਲਾਂ ਕਹਿੰਦਾ, ਅਮਰੀਕਾ ਥੋੜ੍ਹੀ ਕਹਿ ਦੂਗਾ ਇਸ ਗੱਲ ਨਹੀਂ ਮੈਂ ਨਹੀਂ ਸ਼ਾਮਲ ਕਰੂੰਗਾ। ਅਮਰੀਕਾ ਤਾਂ ਫਿਰ ਓਵਰਆਲ ਇੰਟਰਨੈਸ਼ਨਲ ਪਾਵਰ ਸਟਰਕਚਰ ਦੇ ਵਿੱਚ ਤਾਂ ਫਿਰ ਉਹਨੂੰ ਕਹਿਣਾ ਪਊਗਾ ਵੀ ਤੂੰ ਪਿੱਛੇ ਹਟ ਗਿਆ, ਮੈਂ ਪਿੱਛੇ ਹਟ ਗਿਆ। ਇਹ ਉਹਦੀ ਵੀ ਇੱਕ ਹਉਮੈ ਦਾ ਵੀ ਤਾਂ ਸਵਾਲ ਹੁੰਦਾ, ਇੱਕ ਤਾਕਤ ਦਾ ਵੀ ਸਵਾਲ ਹੁੰਦਾ ਉਸ ਪੱਧਰ ਦੇ ਉੱਤੇ। ਔਰ ਇਹਦੇ ਨਾਲ ਇਕੱਲਾ ਇਹ ਨਹੀਂ ਹੈ ਕਿ ਰੂਸ
ਇਹਦੇ ਨਾਲ ਬੜਾ ਇੱਕ ਸਿਸਟਮ ਪੁਰਾਣੇ ਸਿਸਟਮ ਵਰਗਾ ਹੀ ਦੋ ਖੇਮੇ ਬਣ ਰਹੇ ਨੇ। ਹੁਣ ਖੇਮੇ ਕਿਹੜੇ ਬਣ ਰਹੇ ਨੇ? ਰੂਸ ਦੇ ਨਾਲ ਚੀਨ ਹੈ, ਹਜੇ ਤੱਕ ਉਹ ਕਹਿ ਰਿਹਾ ਮੈਂ ਤੇਰੇ ਨਾਲ ਆ, ਕੋਈ ਗੱਲ ਨਹੀਂ। ਰੂਸ ਚੀਨ ਦਾ ਕਿਉਂ ਸਾਥ ਦੇ ਰਿਹਾ ਜਾਂ ਚੀਨ ਰੂਸ ਦਾ ਕਿਉਂ ਸਾਥ ਦੇ ਰਿਹਾ? ਇੱਕ ਦੂਜੇ ਦੇ ਭਾਈਵਾਲ ਹੁਣ ਬਣਦੇ ਆਦੇ ਨਹੀਂ। ਜੇ ਪਹਿਲਾਂ ਜ਼ਿਕਰ ਕਰੀਏ ਇਸ ਤਰੀਕੇ ਨਾਲ, ਪਹਿਲਾਂ ਇਹ ਪੋਲਿਟਿਕਸ ਚੱਲਦੀ ਨਹੀਂ ਸੀ। ਨਹੀਂ, ਉਹ ਚੱਲਦੀ ਹੈ, ਪੋਲਿਟਿਕਸ ਬਦਲਦੀ ਰਹਿੰਦੀ ਹੈ। ਹੁਣ ਵਪਾਰ ਦੇ ਮਾਮਲੇ ਦੇ ਵਿੱਚ ਅਮਰੀਕਾ ਨੂੰ ਚੈਲੰਜ ਕਰ ਰਿਹਾ ਹੈ ਚੀਨ। ਉਹਨੂੰ ਚੀਨ ਨੂੰ ਲੱਗਦਾ ਕਿ ਇੱਧਰ ਜਿਹੜਾ ਮੇਰੇ ਵਾਲੇ ਪਾਸੇ ਅਮਰੀਕਾ ਆਉਣ ਦੀ ਟਰਾਈ ਕਰ ਰਿਹਾ, ਘੱਟੋ ਘੱਟ ਉੱਧਰ ਰੁੱਝਿਆ ਰਹੂਗਾ ਮੇਰਾ ਤਾਂ, ਕਿਉਂਕਿ ਸਾਰੇ ਕਿਤੇ ਆਪੋ ਆਪਣਾ ਇੰਟਰਸਟ ਦੀ ਬਾਤ ਕਰਦੇ ਨੇ ਨਾ ਜਿਹੜੀਆਂ ਵੀ ਚੀਜ਼ਾਂ ਨੇ। ਹੁਣ ਚੀਨ ਉਹਦੇ ਨਾਲ ਹੈ, ਸੀਰੀਆ ਉਹਦੇ ਨਾਲ ਹੈ, ਪਾਕਿਸਤਾਨ ਦਾ ਪ੍ਰੈਜ਼ੀਡੈਂਟ ਉੱਥੇ ਜਾ ਕੇ ਬੈਠਾ ਹੋਇਆ, ਜੰਗ ਦੇ ਵੇਲੇ ਵੀ ਉੱਥੇ ਜਾ ਕੇ ਬੈਠਾ ਹੋਇਆ, ਕਿਉਂਕਿ ਚੀਨ ਦੇ ਨਾਲ ਹੀ ਪਾਕਿਸਤਾਨ ਵੀ ਜ਼ਿਆਦਾ ਲੱਗ ਗਿਆ। ਔਰ ਪਹਿਲਾਂ ਇਹ ਅਮਰੀਕਾ ਵੱਲ ਦੇਖਦਾ ਸੀ, ਹੁਣ ਚੀਨ ਨਾਲ ਰਲ ਕੇ ਉੱਧਰ ਚਲਾ ਗਿਆ। ਉਸੇ ਕਰਕੇ ਭਾਰਤ ਲਈ ਵੀ ਤਾਂ ਇੱਕ ਨਵੇਂ ਮਾਹੌਲ ਪੈਦਾ ਹੋ ਰਿਹਾ ਚਾਰ ਚੁਫੇਰੇ। ਜੇ ਤੁਹਾਡੇ ਗੁਆਂਢੀ ਸਾਰੇ ਕਿਤੇ ਰਲ ਕੇ ਇੱਕ ਬਲਾਕ ਬਣਾ ਲੈਂਦੇ ਨੇ, ਤੁਸੀਂ ਕੋਈ ਫੈਸਲਾ ਨਹੀਂ ਕਰ ਪਾ ਰਹੇ, ਤੁਸੀਂ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਜਾਣਾ, ਤੁਸੀਂ ਅਮਰੀਕਾ ਨਾਲ ਵੀ ਰੱਖਣਾ ਚਾਹੁੰਦੇ ਹੋ ਅਤੇ ਤੁਸੀਂ ਰੂਸ ਨਾਲ ਵੀ ਰੱਖਣਾ ਚਾਹੁੰਦੇ ਹੋ, ਹਜੇ ਤੱਕ ਕਲੀਅਰ ਕੱਟ ਕੋਈ ਫੈਸਲਾ ਭਾਰਤ ਸਰਕਾਰ ਨੇ ਉਸ ਪੱਧਰ ਦਾ ਨਹੀਂ ਰਿਹਾ। ਦੇਖੋ ਤੇ ਬਾਅਦ 'ਚ ਕਰੋ ਵਾਲਾ ਕਿ ਆਪਾਂ ਦੇਖਦੇ ਹਾਂ ਹਜੇ ਕੀ ਬਣਦਾ ਕੀ ਨਹੀਂ ਬਣਦਾ। ਉਹ ਸਾਰੇ ਮਾਹੌਲ ਦੇ ਵਿੱਚ ਹੀ ਪੂਰੀ ਦੁਨੀਆ ਦੇ ਵਿੱਚ ਜੇਕਰ ਇਹ ਇੱਕ ਵੱਡਾ ਬਲਾਕ ਬਣ ਜਾਂਦਾ, ਰੂਸ ਬਣ ਜਾਂਦਾ, ਉਹਦੇ 'ਚ ਬਾਕੀ ਦੇ ਦੇਸ਼ ਚੀਨ, ਇਹ ਤਾਂ ਦੋ ਵੱਡੀਆਂ ਸ਼ਕਤੀਆਂ ਨੇ ਜਿਹਦੇ ਕੋਲ ਵੀਟੋ ਪਾਵਰ ਵੀ ਹੈ UNO 'ਚ। ਤਾਂ ਇਹ ਦੇਖਣ ਵਾਲਾ ਸਵਾਲ ਹੈ ਕਿ ਅੱਗੇ ਠੰਡੀ ਜੰਗ ਦਾ ਮਤਲਬ ਠੰਡੀ ਜੰਗ ਦਾ ਦੌਰ ਦੁਬਾਰਾ ਸ਼ੁਰੂ ਹੋ ਗਿਆ ਨਾ। ਔਰ ਪਹਿਲਾਂ ਵੀ ਹਾਲਾਂਕਿ ਹਥਿਆਰਾਂ ਦੀ ਦੌੜ ਤਾਂ ਕਦੇ ਖਤਮ ਨਹੀਂ ਹੋਈ, ਪਰ ਜਦੋਂ ਵੱਡੇ ਦੇਸ਼ ਬਰਾਬਰ ਦੇ ਹੋ ਕੇ ਲੜਦੇ ਨੇ ਤਾਂ ਹਥਿਆਰਾਂ ਦੀ ਦੌੜ ਤੇਜ਼ ਹੋ ਜਾਂਦੀ ਹੈ। ਉਹ ਆਪਣੇ ਨਾਲ ਦੇ ਬੰਦਿਆਂ ਨੂੰ ਦੇਸ਼ਾਂ ਨੂੰ ਵੀ ਹੋਰਾਂ ਨੂੰ ਵੀ ਵੇਚਦੇ ਨੇ ਵੀ ਤੁਸੀਂ ਵੀ ਲਓ, ਮੈਂ ਤੇਰੇ ਨਾਲ, ਤੁਸੀਂ ਵੀ ਲਓ। ਔਰ ਜਿੰਨੇ ਹਥਿਆਰਾਂ ਦੇ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਆਰਮਜ਼ ਦੀ ਜਿਹੜੀ ਹੈ ਉਹ ਪੂਰੀ ਅਰਥ ਵਿਵਸਥਾ ਹੈ, ਆਰਮਜ਼ ਦੀ ਅਰਥ ਵਿਵਸਥਾ, ਕਿ ਉਹਦੇ 'ਤੇ ਉਹਨਾਂ ਦਾ ਧੰਦਾ ਚੱਲਦਾ ਕਾਰਪੋਰੇਟ ਦਾ ਬਹੁਤ। ਅਮਰੀਕਾ, ਇਜ਼ਰਾਈਲ, ਇਹ ਸਾਰੇ ਭਾਰਤ ਵਰਗੇ ਅਤੇ ਬਾਕੀ ਦੇਸ਼ਾਂ ਨੂੰ ਵੇਚਦੇ ਨੇ ਨਾ, ਕਦੇ ਟੈਂਕ ਵੇਚਤੇ, ਕਦੇ ਤੋਪਾਂ, ਕਦੇ ਜਹਾਜ਼ ਵੇਚਤੇ, ਕਦੇ ਮਿਰਾਜ 2000 ਫਰਾਂਸ ਨੇ ਵੇਚਤਾ, ਕਦੇ ਕੋਈ ਵੇਚਤੇ। ਉਹਦੇ 'ਚ ਸਗੋਂ ਗਰੀਬ ਦੇਸ਼ ਨੇ ਜਿਹੜੇ ਇਹਨਾਂ ਤੋਂ ਹਥਿਆਰ ਵੀ ਖਰੀਦਦੇ ਨੇ ਅਤੇ ਇਹਨਾਂ ਦੇ ਥੱਲੇ ਵੀ ਲੱਗਦੇ ਨੇ ਅਤੇ ਨਾਲ ਇਹਨਾਂ ਨੂੰ ਲੜਾਈ ਦੇ ਫਰੰਟ 'ਤੇ ਰੱਖਦੇ ਨੇ ਜੇਕਰ ਉਸ ਲੈਵਲ ਦੀ ਗੱਲ ਹੋਵੇ। ਇੱਕ ਗੱਲ ਹੋਰ ਵੀ ਹੈ, ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ, ਟੁੱਟੇ ਹੋਏ ਸੋਵੀਅਤ ਯੂਨੀਅਨ ਤਾਂ ਅਮਰੀਕਾ ਦੇ ਬਰਾਬਰ ਦੀ ਤਾਕਤ ਕੋਈ ਨਹੀਂ ਰਹੀ ਸੀ, ਤਾਂ ਜਾਂ ਤਾਂ ਨਾਟੋ ਉਦੋਂ ਖਤਮ ਕਰ ਦਿੰਦੇ ਵੀ ਹੁਣ ਭਾਈ ਲੋੜ ਨਹੀਂ ਹੈ ਆਪਣੀ, ਜਦ ਕੋਈ ਹੋਊਗੀ ਉਦੋਂ ਦੇਖਾਂਗੇ। ਉਹਨਾਂ ਨੇ ਤਾਂ ਆਪਣਾ ਕਾਇਮ ਰੱਖਿਆ ਕਿ ਹੁਣ ਮੈਂ ਸਰਦਾਰ ਬਣ ਗਿਆ ਅਤੇ ਆਪਾਂ ਸਾਰੇ ਕਿਤੇ ਚੱਲੂ। ਇਹ ਠੀਕ ਹੈ ਕਿ ਕੁਝ ਸਮਾਂ ਤੁਹਾਡੀ ਚੱਲਦੀ ਰਹਿੰਦੀ ਹੈ, ਪਰ ਮੁੜ ਕੇ ਕੋਈ ਧਿਰ ਖੜੀ ਹੋ ਨਹੀਂ ਹੋਏਗੀ, ਇਹ ਨਹੀਂ ਹੁੰਦਾ ਕਦੇ। ਉਹ ਖੜਾ ਹੋ ਹੀ ਗਿਆ ਤੁਹਾਡੇ ਸਾਹਮਣੇ। ਔਰ ਚੀਨ ਵੀ ਅੱਖਾਂ ਦਿਖਾਈ ਰਿਹਾ ਸਾਰੇ ਕਿਤੇ ਉਹਨੂੰ, ਜਦ ਵੀ ਮਰਜੀ, ਫੌਜੀ ਤੌਰ 'ਤੇ ਵੀ ਅਤੇ ਬਾਕੀ ਤੌਰ 'ਤੇ ਵੀ ਕੋਈ ਉਹਨੂੰ ਝਿਪਣ ਵਾਲੀ ਗੱਲ ਤਾਂ ਹੈ ਨਹੀਂ। ਪਰ ਕੁਐਸਚਨ ਇਹ ਜ਼ਰੂਰ ਹੈ ਸਾਰੀ ਦੁਨੀਆ ਦੇ ਸਾਹਮਣੇ, ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ 21ਵੀਂ ਸਦੀ 'ਚ ਜਿਉ ਰਹੇ ਹਾਂ। 21ਵੀਂ ਸਦੀ 'ਚ ਦੁਨੀਆ ਅੰਤਰ ਨਿਰਭਰ ਹੈ। ਅੰਤਰ ਨਿਰਭਰ ਦਾ ਮਤਲਬ ਇਹ ਹੈ ਕਿ ਨਾ ਕੇਵਲ ਪੂੰਜੀ ਇੱਧਰ ਉੱਧਰ ਜਾਂਦੀ ਹੈ, ਵੀ ਹਰ ਕੰਪਨੀਆਂ ਦੀ ਪੂੰਜੀ ਉਹ ਦੇਸ਼ 'ਚ ਇੱਥੇ ਵੀ ਲੱਗੀ ਹੋਈ ਹੈ, ਰੂਸ 'ਚ ਵੀ ਹੈ, ਜੁੜੇ ਨੇ, ਬਲਕਿ ਹੁਣ ਤਾਂ ਬੰਦੇ ਵੀ ਜਿਹੜੇ ਨੇ, ਨਾਗਰਿਕ ਵੀ ਇੱਕ ਦੂਜੇ ਜਿਵੇਂ ਪੰਜਾਬੀ 150 ਦੇਸ਼ 'ਚ ਤਾਂ ਪੰਜਾਬੀ ਬੈਠਾ ਹੈ ਕਿ ਦੁਨੀਆ ਦੇ ਜਿੱਥੇ ਵੀ ਕਿਤੇ ਇੱਧਰ ਉੱਧਰ ਉਹ ਕਰਦੇ ਆ, ਅਤੇ ਭਾਰਤੀ ਤਾਂ ਸਾਰੇ ਕਿਤੇ ਹੋਰ ਵੀ ਬੈਠਾ ਆਲੇ ਦੁਆਲੇ, ਜਿੱਥੇ ਕਿਤੇ ਦੂਜੇ ਦੇਸ਼ਾਂ ਦੇ ਸਾਡੇ ਵੀ ਬੈਠੇ ਨੇ। ਤਾਂ ਇੱਕ ਜ਼ਮਾਨੇ 'ਚ ਕਿਹਾ ਜਾਣ ਲੱਗ ਗਿਆ ਸੀਗਾ ਕਿ ਜਿੱਥੇ ਕਾਰਪੋਰੇਟ ਦੀ ਪੂੰਜੀ ਜਾਈ ਜਾਊਗੀ, ਜਦੋਂ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਬਹੁਤੇ ਦੇਸ਼ਾਂ ਦੇ ਵਿੱਚ ਕੰਮ ਕਰਨਗੀਆਂ ਤਾਂ ਜੰਗਾਂ ਹਟ ਜਾਣਗੀਆਂ, ਕਿਉਂਕਿ ਉਹਨਾਂ ਦੀ ਪੂੰਜੀ ਨੂੰ ਖਤਰਾ ਪੈਦਾ ਨਾ ਹੋ ਜਾਏ ਕਿਤੇ। ਪਰ ਜੰਗਾਂ ਫਿਰ ਵੀ ਨਹੀਂ ਹਟ ਰਹੀਆਂ, ਇਹਦਾ ਮਤਲਬ ਉਹ ਵਿਚਾਰ ਦੇ ਵਿੱਚ ਪ੍ਰੋਬਲਮ ਆ ਗਈ ਹੈ ਕਿਤੇ। ਉਹ ਤਾਂ ਆ ਗਈ ਹੈ, ਵਪਾਰ ਚੱਲਦਾ ਚਾਹੇ ਜੰਗ ਵੀ ਚੱਲਦੀ ਹੈ ਨਾਲ। ਹੁਣ ਚੀਨ ਦੇ ਮਾਮਲੇ 'ਚ ਸਾਡੇ ਪਰ ਕੀ ਕੀਤਾ, ਐਪਸ ਬੰਦ ਕੀਤੀਆਂ ਨੇ ਕੁਝ ਪਿਛਲੇ ਦਿਨਾਂ 'ਚ। ਵਪਾਰ ਪਹਿਲਾਂ ਨਾਲੋਂ ਵੀ ਵੱਧ ਰਿਹਾ। ਸਾਡਾ ਵਿਦੇਸ਼ ਮੰਤਰੀ ਕਹਿ ਰਿਹਾ ਕਿ ਸਭ ਤੋਂ ਮੁਸ਼ਕਿਲ ਹਾਲਾਤ ਦੇ ਵਿੱਚ ਸਾਡੇ ਹਾਲਾਤ ਇੰਨੇ ਮਾੜੇ ਕਦੇ ਨਹੀਂ ਹੋਏ, ਮਤਲਬ 1975 ਤੋਂ ਬਾਅਦ ਚੀਨ ਦੇ ਨਾਲ। ਪਰ ਇਹਦੇ ਬਾਵਜੂਦ ਵਪਾਰ ਸਾਡਾ ਉਵੇਂ ਹੀ ਜਾਰੀ ਹੈ। ਔਰ ਇਸੇ ਤਰ੍ਹਾਂ ਰੂਸ ਦੇ ਨਾਲ ਨੈਟੋ ਜਿੱਧਰ ਮਰਜ਼ੀ ਖੜੀ ਹੋਵੇ, ਜਿੱਥੇ ਮਰਜ਼ੀ ਇੱਧਰ ਉੱਧਰਲੀ ਗੱਲ ਹੋਵੇ, ਉਹ ਵਪਾਰ ਤਾਂ ਡੇਲੀ ਜਿੰਨਾ ਉਹਨਾਂ ਤੋਂ ਤੇਲ ਜਾਣਾ ਵੱਖ-ਵੱਖ ਮੁਲਕਾਂ ਨੂੰ, ਜਿੰਨਾ ਬਾਕੀ ਦੀਆਂ ਚੀਜ਼ਾਂ ਜਾਣੀਆਂ ਨੇ ਜਾਂ ਆਉਣੀਆਂ ਨੇ, ਉਹ ਤਾਂ ਜਾ ਰਹੀਆਂ ਨੇ, ਉਹ ਨਹੀਂ ਨਾ ਖਤਮ ਹੋ ਰਿਹਾ ਕਿਤੇ। ਇਹਦਾ ਮਤਲਬ ਮੁਨਾਫੇ ਦੀ ਚੀਜ਼ ਚੱਲਦੀ ਰਹੇਗੀ, ਬੰਦਿਆਂ ਦੀਆਂ ਜਾਨਾਂ ਚਾਹੇ ਜਾਂਦੀਆਂ ਰਹਿਣ ਅਤੇ ਬਾਕੀ ਦੀਆਂ ਚੀਜ਼ਾਂ। ਸਾਡੀ ਤਰਜੀਹ ਕੀ ਹੈ? ਦੁਨੀਆ ਪੱਧਰ 'ਤੇ ਦੇਸ਼ ਇਹ ਕਿਉਂ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਮਾਰਨ ਦਾ ਸਿਲਸਿਲਾ ਹੈ, ਜਿਹੜਾ ਬੰਬ ਸੁੱਟ ਕੇ ਤਬਾਹੀ ਦਾ ਸਿਲਸਿਲਾ, ਇਹ ਬੰਦ ਹੋਣਾ ਚਾਹੀਦਾ ਹੈ। ਇੱਕ ਪਬਲਿਕ ਓਪੀਨੀਅਨ, ਇੱਕ ਸਿਸਟਮ, ਔਰ UNO ਨੇ ਮਤਾ ਪਾਤਾ ਕਿ ਉਹ ਬੰਦ ਕਰ, ਮਤਾ ਪਾਤਾ। ਮਤੇ ਦਾ ਕੀ ਫਾਇਦਾ ਹੋਇਆ ਜੇ ਉਹ ਲਾਗੂ ਹੀ ਨਹੀਂ ਹੋਣਾ? ਲਾਗੂ ਕਿਉਂ ਨਹੀਂ ਹੋਣਾ? ਲਾਗੂ ਇਸ ਕਰਕੇ ਨਹੀਂ ਹੋਣਾ ਕਿਉਂਕਿ 5 ਦੇਸ਼ਾਂ ਕੋਲ ਵੀਟੋ ਪਾਵਰ ਹੈ, ਔਰ ਇਹ ਦੋਨਾਂ 'ਚੋਂ ਕੋਈ ਵੀ ਵੀਟੋ ਕਰ ਦੇਗਾ, ਬਾਕੀ ਚਾਹੇ ਮੈਜੋਰਟੀ ਇੱਕ ਪਾਸੇ ਹੋ ਜੇ 5 ਨੂੰ। ਇਹ ਡਿਬੇਟ ਕਿਉਂ ਨਹੀਂ ਚੱਲੀ ਇੰਨੇ ਲੰਬੇ ਸਮੇਂ ਦੇ ਵਿੱਚ ਕਿ ਦੁਨੀਆ ਦੇ 5 ਬੌਸ ਕਿਉਂ ਹੋਣਗੇ? ਬਾਕੀ ਸਾਰੀ ਦੁਨੀਆ ਡੈਮੋਕ੍ਰੇਸੀ ਦੇ ਵਿੱਚ, ਉਹ ਤੁਸੀਂ ਡੈਮੋਕ੍ਰੇਸੀ ਕਰ ਰਹੇ ਹੋ, ਤਾਂ ਫਿਰ ਇਹ ਵੀਟੋ ਖਤਮ ਕਿਉਂ ਨਹੀਂ ਹੁੰਦੀ? ਬਰਾਬਰ ਦਾ ਹੱਕ ਕਿਉਂ ਨਹੀਂ ਸਾਰੇ ਦੇਸ਼ਾਂ ਨੂੰ?
ਕਿਉਂ ਜਨਰਲ ਕੌਂਸਲ ਫੈਸਲੇ ਨਹੀਂ ਕਰਦੀ? ਭਾਰਤ ਕਹਿੰਦਾ ਮੇਰੀ ਕੁਰਸੀ 5ਵੀਂ, ਮੈਨੂੰ 6ਵੀਂ ਵੀਟੋ ਪਾਵਰ ਮੈਨੂੰ ਦੇ ਦਿਓ। ਵੱਖ-ਵੱਖ ਦੇਸ਼, ਜਾਪਾਨ ਕਹਿੰਦਾ ਮੈਨੂੰ ਦੇ ਦਿਓ, ਜਰਮਨ ਕਹਿੰਦਾ ਮੈਨੂੰ ਦੇ ਦਿਓ, ਸਾਰੇ ਦੇਸ਼ ਕਹਿੰਦੇ ਨੇ ਮੇਰੀ ਕੁਰਸੀ ਉੱਥੇ ਢਾਹ ਦੇ। ਇਹ ਅਪਰੋਚ ਦੇ ਸਵਾਲ ਨੇ। ਅਪਰੋਚ ਦੇ ਤੌਰ ਦੇ ਉੱਤੇ ਇਹ ਹੁੰਦਾ ਕਿ ਇੱਕ ਤਾਂ 5 ਬਦਮਾਸ਼ ਨੇ ਕਿਤੇ ਵੀ, ਉਹ ਕਹਿੰਦਾ 6ਵਾਂ ਮੈਨੂੰ ਬਣਾ ਦਿਓ। ਇੱਕ ਕਹਿੰਦਾ ਇਹ ਬਦਮਾਸ਼ੀ ਖਤਮ ਕਰੋ, 5 ਦੇ 5। ਇਹ ਕਿਉਂ ਬਦਮਾਸ਼ੀ ਚੱਲੂਗੀ? ਸਾਰੇ ਦੇਸ਼ ਫਿਰ ਤਾਂ ਛੋਟੇ ਛੋਟੇ ਤਾਂ ਡਰਦੇ ਹੀ ਰਹਿਣਗੇ। ਫਿਰ ਜਿਹਦੇ ਮਰਜ਼ੀ ਜਾ ਕੇ ਤੁਸੀਂ ਪੈਰ ਧਰ ਲਓਗੇ ਕਿਉਂਕਿ ਤੁਹਾਡੇ ਕੋਲ ਮਿਲਟਰੀ ਹੈ। ਇਹ ਵੀ ਸਵਾਲ ਡਿਸਕਸ ਹੋਣਾ ਚਾਹੀਦਾ ਇਸ ਜੰਗ ਦੇ ਦੌਰਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੱਛਾ ਸਰ, ਇੱਕ ਅਹਿਮ ਸਵਾਲ ਹੈ ਕਿ ਇੰਡੀਆ ਕੀ ਕਰੂਗਾ, ਕਿਉਂਕਿ ਇੰਡੀਆ ਰੂਸ ਦੇ ਨਾਲ ਰਿਹਾ 1971 ਵਿੱਚ, ਸਪੋਰਟ ਕੀਤੀ ਹੈ ਅਮਰੀਕਾ ਭਾਰਤ ਦੇ ਖਿਲਾਫ ਸੀ। 71 ਵਿੱਚ ਯੂਕਰੇਨ ਨੇ ਮਦਦ ਮੰਗੀ ਹੈ ਕਿ ਯੂਕਰੇਨ ਦੀ ਇੰਡੀਆ ਮਦਦ ਕਰੂਗਾ ਕਿ ਰੂਸ ਦੇ ਖਿਲਾਫ ਜਾਊਗਾ ਇੰਡੀਆ? ਉਹਦੇ 'ਚ ਲੱਗਦਾ ਕਿ ਇੰਡੀਆ ਬੁਰੀ ਤਰ੍ਹਾਂ ਫਸਿਆ ਹੋਇਆ। ਇੰਡੀਆ ਸਟ੍ਰੈਟਜੀਕਲੀ ਰਣਨੀਤਿਕ ਤੌਰ 'ਤੇ ਹੋ ਗਿਆ ਸ਼ਾਮਲ ਅਮਰੀਕਾ ਅਤੇ ਇਜ਼ਰਾਈਲ ਦੇ ਨਾਲ। ਮਿਲਟਰੀ ਦੇ ਤੌਰ 'ਤੇ ਕਾਫੀ ਹੱਦ ਤੱਕ ਹੁਣ ਇਜ਼ਰਾਈਲ ਦਾ ਦਖਲ ਹੈ ਸਾਡੇ ਦੇਸ਼ ਦੇ ਵਿੱਚ, ਅਤੇ ਅਮਰੀਕਾ ਦਾ ਵੀ ਦਖਲ ਹੈ। ਜਦ ਕਿ ਪੁਰਾਣੇ ਅਲਾਈ ਦੇ ਤੌਰ 'ਤੇ, ਪੁਰਾਣੇ ਸੰਬੰਧੀ ਦੇ ਤੌਰ 'ਤੇ ਜਿਹੜਾ ਰੂਸ ਹੈ, ਔਰ ਰੂਸ ਦੇ ਨਾਲ ਵੀ ਅਸੀਂ ਕੀਤਾ ਹੈ। ਤਾਂ ਇੰਡੀਆ ਨੂੰ ਕੀ ਕਰਨਾ ਪਿਆ ਜਦੋਂ ਹੁਣ ਪਿੱਛੇ ਪੁਤਨ ਦੇ ਨਾਲ ਜਾਂ ਰੂਸ ਨਾਲ ਵੀ ਅਸੀਂ ਕੋਈ ਸੌਦਾ ਕੀਤਾ ਜਿਹੜਾ ਇਹਦਾ ਹਥਿਆਰਾਂ ਦਾ, ਉੱਥੋਂ ਕੰਸੈਸ਼ਨ ਲੈਣਾ ਪਿਆ, ਸਪੈਸ਼ਲ ਛੂਟ ਲੈਣੀ ਪਈ ਆ ਵੀ ਚੱਲ ਇੰਨਾ ਕੁ ਰੱਖ ਲਓ ਪੁਰਾਣੇ ਹੋਣ ਦੇ ਬਾਅਦ। ਜੇ ਉਹ ਇੱਧਰ ਜਾਂਦਾ ਤਾਂ ਵੀ ਫਸਦਾ, ਅਤੇ ਜੇ ਇੱਧਰ ਜਾਂਦਾ ਤਾਂ ਵੀ ਫਸਦਾ, ਜਿਹੜੇ ਉਸ ਲੈਵਲ ਦੇ ਉੱਤੇ। ਤਾਂ ਹਾਂ, ਜਾਂ ਇਨਸਾਫ ਦੀ ਕੋਈ ਗੱਲ ਚਲੋ ਵੈਸੇ ਕਰ ਸਕਦਾ ਕਿ ਵੀ ਜੰਗ ਬੰਦ ਹੋਣੀ ਚਾਹੀਦੀ ਹੈ, ਅਤੇ ਕੋਈ ਰਾਏ ਬਣਾਵੇ, ਕਿਤੇ ਲਾਮਬੰਦੀ ਕਰੇ, ਕਿਸੇ ਨਾ ਕਿਸੇ ਦੇ ਪਾਸੇ ਜਾਣਾ ਮੇਰਾ ਖਿਆਲ ਹੈ ਸਪੋਰਟ ਨਹੀਂ ਕਰ ਸਕਦਾ ਕਿਸੇ ਦੀ, ਮੈਨੂੰ ਨਹੀਂ ਲੱਗਦਾ ਕਰ ਸਕਦਾ। ਤਾਂ ਇੱਧਰ ਵੀ ਖਤਰਾ ਹੈ ਅਤੇ ਉੱਧਰ ਵੀ ਖਤਰਾ ਹੈ, ਇਸ ਲਈ ਵਿੱਚ ਵਿਚਾਲੇ ਹੈ। ਬਿਲਕੁਲ ਨਾ ਕਹਿਣ ਨਾਲੋਂ ਤਾਂ ਦੋਨਾਂ ਨੂੰ ਕੁਝ ਨਾ ਕੁਝ ਕਹਿਣਾ ਚਾਹੀਦਾ ਨਾ। ਹੁਣ ਤੁਸੀਂ ਇਹ ਦੇਖੋ ਕਿ ਪਹਿਲਾਂ ਤੁਸੀਂ ਯੂਕਰੇਨ ਨੂੰ ਚੱਕੀ ਗਿਓ, ਸਾਰੀ ਦੁਨੀਆ ਦੇ ਵਿੱਚ ਕੀ ਹੈ, ਯੂਕਰੇਨ ਹੈ ਉਹ ਗਰੀਬ ਮੁਲਕ ਹੈ ਮੁਕਾਬਲਤਨ, ਤਾਕਤਵਰ ਵੀ ਉਹਨਾਂ ਨਹੀਂ ਹੈ, ਉਹ ਫਸ ਗਿਆ। ਉੱਥੇ ਬੰਬਾਰਡਮੈਂਟ ਹੋ ਰਹੀ ਹੈ। ਬਾਕੀ ਹੈ ਦੁਨੀਆ 'ਚ ਕੋਈ ਹੈ ਜਿਹੜਾ ਕਹਿੰਦਾ ਉਹਨੂੰ ਬਚਾ ਲਓ ਯਾਰ, ਕੋਈ ਗੱਲ ਨਹੀਂ। ਨਾਟੋ ਵੀ ਪਿੱਛੇ ਹਟ ਗਈ, ਹੁਣ ਅਮਰੀਕਾ ਵੀ ਇਹ ਕਹਿ ਰਿਹਾ, ਦੂਰ ਖੜਾ ਧਮਕੀਆਂ ਦੇ ਰਿਹਾ, ਕੋਈ ਗੱਲ। ਇੱਕ ਰਾਏ ਬਣ ਰਹੀ ਹੈ ਦੁਨੀਆ ਦੇ ਵਿੱਚ। ਇਹਦਾ ਮਤਲਬ ਤਕੜੇ ਦਾ 37-20 ਹੋ ਗਿਆ ਵੀ ਜਿਹੜਾ ਫਿਰ ਵੱਡਾ ਹੈ ਉਹ ਤਾਂ ਜਦ ਮਰਜ਼ੀ ਹਮਲਾ ਕਰਕੇ ਜਿਹਦੇ 'ਤੇ ਮਰਜ਼ੀ ਉਹ ਕਰ ਲਿਆ ਕਰੇਗਾ। ਅਤੇ ਅਗਲੀ ਗੱਲ, ਕਿਉਂਕਿ ਉਹ ਤਾਂ ਨਹੀਂ ਕਰਦੇ ਕਿ ਤਾਂ ਮੋਰਲੀ ਜਿਹੜੇ ਬਾਕੀ ਦੇਸ਼ ਨੇ, ਬਾਕੀ ਦੇਸ਼ ਤਾਂ ਇਹ ਕਹਿੰਦੇ ਨੇ ਕਿ ਫਿਰ ਤੁਸੀਂ ਕੀ ਕਰਦੇ ਹੋ ਬਾਕੀਆਂ 'ਤੇ ਹਮਲੇ ਕਰਕੇ, ਤੁਸੀਂ ਵੀ ਤਾਂ ਬਾਕੀਆਂ 'ਤੇ ਹਮਲੇ ਕਰ ਰਹੇ ਹੋ ਜਿਹੜੇ ਬਾਕੀ ਦੇ ਦੇਸ਼ ਸੀ। ਇੱਕ ਇਨਸਾਫ ਪਸੰਦ ਸਮਾਜ ਦਾ ਜਿਹੜੀ ਇੱਕ ਧਾਰਨਾ ਹੁੰਦੀ ਹੈ, ਜਾਂ ਪੂਰੀ ਦੁਨੀਆ ਦੀ ਜਿਹੜੀ ਇੱਕ ਧਾਰਨਾ ਹੁੰਦੀ ਹੈ, ਲੱਗਦਾ ਇਹ ਹੈ ਕਿ ਜਿਹੜਾ ਰਾਸ਼ਟਰਵਾਦ ਦਾ ਇੱਕ ਕਨਸੈਪਟ ਸੀ ਕਾਫੀ ਸਮਾਂ 200-300 ਸਾਲ ਤੋਂ ਚੱਲ ਰਿਹਾ ਹੈ, ਅਤੇ ਇਹਦੇ ਤਹਿਤ ਲੜਾਈਆਂ ਹੋਈਆਂ ਰਾਸ਼ਟਰਾਂ ਦੀਆਂ ਆਪਸ ਦੇ ਵਿੱਚ। ਪਰ ਜਦ ਹੁਣ ਰਾਸ਼ਟਰ ਆਪਸ ਦੇ ਵਿੱਚ ਇੱਕ ਦੂਜੇ 'ਤੇ ਨਿਰਭਰ ਇੰਨਾ ਜ਼ਿਆਦਾ ਹੋ ਗਏ, ਤਾਂ ਇਹ ਬਦਲਣਾ ਚਾਹੀਦਾ ਮਾਹੌਲ ਉਸ ਪੱਧਰ 'ਤੇ। ਹੁਣ ਭਾਰਤ 'ਤੇ ਡਾਇਰੈਕਟ ਅਸਰ ਕੀ ਪੈ ਰਿਹਾ? ਡਾਇਰੈਕਟ ਇਹ ਹੈ ਕਿ ਸਾਡਾ ਲਗਭਗ 20,000 ਤਾਂ ਵਿਦਿਆਰਥੀ ਉੱਥੇ ਬੈਠਾ ਹੈ, ਮੈਡੀਕਲ ਔਰ ਇੰਜੀਨੀਅਰਿੰਗ ਕਰਨ ਵਾਲਾ, ਹੈ ਨਾ, ਅਤੇ ਉਹ ਫਸਿਆ ਬੈਠਾ। ਉਹਦੇ 'ਚੋਂ ਅੱਧਾ ਚੌਥਾ ਕੀ ਹਿੱਸਾ ਆਏ ਨੇ ਹਜੇ ਪਿਛਲੇ ਉਹਦੇ 'ਚ, ਔਰ ਉਹ ਇਹ ਉਡੀਕ ਰਿਹਾ, ਉਹਨਾਂ ਦੇ ਮਾਪੇ ਉਡੀਕ ਰਹੇ ਨੇ, ਜਿਹ 'ਚੋਂ ਪੰਜਾਬੀ ਵੀ ਬਹੁਤ ਵੱਡੇ ਪੱਧਰ 'ਤੇ ਨੇ, ਪੰਜਾਬੀ ਵੀ ਕਾਫੀ ਜ਼ਿਆਦਾ ਨੇ। ਉਹ ਕਹਿੰਦੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਨੇ ਸਮਾਂ ਰਹਿੰਦੇ, ਇਹਨਾਂ ਕੋਲ ਤਾਂ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ, ਜ਼ਿਆਦਾ ਇੱਕ ਦੂਜੇ ਨਾਲ ਤਾਲੁਕਾਤ ਨੇ, ਔਰ ਝੂਲਾ ਵੀ ਝੂਲ ਲੈਂਦੇ ਨੇ ਪੁੱਤਰ ਨਾਲ ਮੋਦੀ ਸਾਹਿਬ, ਬਾਕੀ ਚੀਜ਼ਾਂ ਵੀ ਹੋ ਜਾਂਦੀਆਂ ਨੇ। ਇਹਨਾਂ ਨੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤਾ? ਕਿਉਂ ਨਹੀਂ ਕੱਢਿਆ? ਔਰ ਕਿਉਂ ਨਹੀਂ ਕੱਢਿਆ ਉਹਨਾਂ ਨੂੰ? ਔਰ ਨਾਲ ਇਕੱਲਾ ਕੱਢਿਆ ਨਹੀਂ, ਜਿਹੜੇ ਆਉਣਾ ਵੀ ਚਾਹੁੰਦੇ ਸੀ ਉੱਥੇ ਹਵਾਈ ਉਹਦੀਆਂ ਟਿਕਟਾਂ 5-5 ਗੁਣਾ ਮਹਿੰਗੀਆਂ ਕਰਤੀਆਂ। ਉਹ ਬੱਚੇ ਪੜ੍ਹਨ ਕਿਉਂ ਜਾ ਰਹੇ ਨੇ ਉੱਥੇ? ਇਸ ਲਈ ਪੜ੍ਹਨ ਜਾ ਰਹੇ ਨੇ ਕਿ ਇੱਥੇ ਜਿਹੜੇ ਪ੍ਰਾਈਵੇਟ ਮੈਡੀਕਲ ਕਾਲਜ 'ਚ ਲਗਭਗ 50 ਲੱਖ ਰੁਪਇਆ ਲੱਗਦਾ, ਉਹਨਾਂ ਦੇ ਮਾਪੇ ਕਹਿੰਦੇ ਨੇ, ਜਿੰਨੀਆਂ ਸਟੋਰੀਆਂ ਛਪ ਰਹੀਆਂ ਨੇ, ਉੱਥੇ ਜਿਹੜਾ ਉਹੀ ਲਗਭਗ 15-20 ਲੱਖ ਦੇ ਵਿੱਚ ਹੋ ਜਾਂਦੀ ਹੈ ਜਿਹੜੀ MBBS। ਅਤੇ ਜੇ ਇੰਨਾ ਗੈਪ ਹੈ, ਮਤਲਬ ਤੁਸੀਂ ਪਹਿਲੀ ਗੱਲ ਤਾਂ ਇੱਥੇ ਇੰਨੀਆਂ ਫੀਸਾਂ ਕਿਉਂ ਨੇ? ਫਿਰ ਬੱਚੇ ਇੱਥੇ ਨਾ ਪੜ੍ਹ ਲੈਣ ਜੇ ਇੱਥੇ ਲੋੜੀ ਦੇ ਕਾਲਜ ਹੋਣ ਦੂਜੇ। ਔਰ ਦੂਜੀ ਗੱਲ, ਉਹ ਸਸਤਾ ਕਰਕੇ ਉੱਥੇ ਗਏ ਨੇ। ਜੇ ਉਹਦੇ ਕੋਲ ਪੈਸੇ ਹੁੰਦੇ ਤਾਂ ਵੱਧ ਪੈਸੇ ਦੇ ਕੇ ਇੱਥੇ ਵੀ ਪੜ੍ਹ ਸਕਦੇ ਸੀ। ਫਿਰ ਤੁਸੀਂ 5 ਗੁਣਾ ਜ਼ਿਆਦਾ ਟਿਕਟ ਕਰ ਦੋਗੇ। ਇਹੋ ਜਿਹੇ ਐਮਰਜੈਂਸੀ ਸਮੇਂ ਤਾਂ ਸਰਕਾਰ ਨੂੰ ਲੋਕ ਕਿਉਂ ਟੈਕਸ ਦਿੰਦੇ ਨੇ? ਇਸੇ ਲਈ ਦਿੰਦੇ ਨੇ ਕਿ ਤੁਸੀਂ ਫ੍ਰੀ ਲਿਆਓ, ਜਾਨ ਮਾਲ ਦੀ ਰਾਖੀ ਕਰੋ ਅਤੇ ਉਹਨਾਂ ਨੂੰ ਵਾਪਸ ਲਿਆਓ ਬੱਚਿਆਂ ਨੂੰ। ਹੁਣ ਤੁਸੀਂ ਐਡਵਾਈਜ਼ਰੀ ਦੇਤੀ ਕਿ ਜੀ GPS ਖੁੱਲ੍ਹੇ ਰੱਖੋ। ਹੁਣ ਤੁਸੀਂ ਦੇਖ ਲਿਓ, ਉੱਥੇ ਮੈਟਰੋ ਸਟੇਸ਼ਨ ਦੇ ਨੀਚੇ ਚਲੇ ਜਾਇਓ, ਜਾਂ ਕਿਸੇ ਬੰਕਰ 'ਚ ਚਲੇ ਜਾਇਓ, ਨੀਚੇ ਭੋਰੇ 'ਚ ਚਲੇ ਜਾਇਓ, ਜਿੱਥੇ ਕਿਤੇ ਵੀ ਕੋਈ ਖਤਰਾ ਹੋਊਗਾ। ਹੁਣ ਇਹ GPS ਉੱਥੇ ਚੱਲੂਗਾ ਜਾਂ ਨਹੀਂ ਚੱਲੂਗਾ ਜੰਗ ਦੇ ਮਾਹੌਲ 'ਚ? ਉੱਥੇ ਬਿਜਲੀ ਰਹੂਗੀ ਕਿ ਨਹੀਂ ਰਹੂਗੀ? ਇਹ ਕੌਣ ਸਿਖਾਊਗਾ? ਉਹਨਾਂ ਕੋਲ ਲੈ ਕੇ ਕੌਣ ਜਾਏਗਾ? ਇਹ 'ਚ ਬਹੁਤ ਟਾਈਪ ਦੇ ਮਾਮਲੇ ਨੇ। ਇੱਥੇ ਤਾਂ ਸਾਨੂੰ ਲੱਗਦਾ ਦੇਖੋ ਜੀ, ਗੌਰਮੈਂਟ ਨੇ ਤਾਂ ਕੀ ਕਰਤਾ, ਐਡਵਾਈਜ਼ਰੀ ਕਰਤੀ। ਇਹੋ ਜਿਹੇ ਮਾਹੌਲ 'ਚ ਜਿੱਥੇ ਲਾਈਨਾਂ ਲੱਗੀਆਂ ਪਈਆਂ ਨੇ ਰਾਸ਼ਨ ਲਈ, ਕਿ ਅੱਗੇ ਪਤਾ ਨਹੀਂ ਕੋਈ ਕਿੱਧਰੋਂ ਆਏਗਾ ਕਿਤੇ ਨਹੀਂ ਆਏਗਾ, ਉਹਦੇ 'ਚ ਕੀ ਕਰ ਰਿਹਾ? ਪ੍ਰਧਾਨ ਮੰਤਰੀ ਬੋਲ ਰਿਹਾ ਯੂਪੀ 'ਚ, ਪ੍ਰਧਾਨ ਮੰਤਰੀ ਕੀ ਕਹਿ ਰਿਹਾ ਯੂਪੀ 'ਚ ਬੋਲ ਕੇ? ਦੇਖੋ ਵੀ आले दुआले दुनिया में उथल पुथल मची हुई है, दुनिया में उथल पुथल मची है। क्या स्ट्रॉन्ग कंट्री चाहिए या नहीं चाहिए? भारत को स्ट्रॉन्ग बनना चाहिए, हाँ जी बनना चाहिए। यूपी की इलैक्शन है, अनपढ़ बंदे का कट है, बेचारे इन्ने इकट्ठे किए ने,
ਉਹਦੇ 'ਚੋਂ ਤੂੰ ਵੋਟਾਂ ਭਾਲ ਰਿਹਾ ਕਿ ਮੇਰੀ ਅਗਵਾਈ 'ਚ ਮੈਂ ਉਹ ਕਰ, ਇਹ ਨਹੀਂ ਦੱਸ ਰਿਹਾ ਕਿ ਮੈਂ ਬੱਚਿਆਂ ਨੂੰ ਉੱਥੋਂ ਲਿਆ ਹੈਗਾ ਨਹੀਂ, ਜਾਂ ਤੂੰ ਉੱਥੇ ਸ਼ਾਂਤੀ ਲਈ ਅਪੀਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਭਾਰਤ ਕੀ ਭੂਮਿਕਾ ਨਿਭਾ ਰਿਹਾ ਇਹ ਨਹੀਂ ਤੂੰ ਦੱਸ ਰਿਹਾ। ਤੇ ਦੱਸ ਰਿਹਾ ਹੈ ਕਿ ਵੋਟ ਦੇ ਦਿਓ ਜੀ। ਇਹਦੇ 'ਚ ਵੋਟਾਂ 'ਚ ਗਲਤਾਨ ਹੋਣ ਕਰਕੇ ਹੀ ਸ਼ਾਇਦ ਇੱਧਰ ਵੀ ਅਸੀਂ ਕੋਈ ਕਾਰਵਾਈ ਨਹੀਂ ਕਰ ਪਾਏ ਆਪਣੇ ਬੱਚਿਆਂ ਨੂੰ। ਇਦੋਂ ਬਿਨਾਂ ਪੈਟਰੋਲ $100 ਪ੍ਰਤੀ ਬੈਰਲ ਹੋ ਚੁੱਕਿਆ, ਵੱਧ ਗਿਆ। ਆਹੋ ਇਹ ਤਾਂ ਚੋਣਾਂ ਕਰਕੇ ਜੇ ਆਪਾਂ ਇੱਥੇ ਖੜ੍ਹੇ ਹਾਂ ਮਾੜਾ ਜਾਂ 7 ਤਰੀਕ ਤੱਕ, 7 ਨੂੰ ਲਾਸਟ ਹੈ, ਤੇ ਦੇਖ ਲੈਣਾ 15-20 ਰੁਪਏ ਲੀਟਰ ਤੇਲ ਵਧਿਆ ਹੋਇਆ, ਤੇ ਉਹ ਮਹਿੰਗਾਈ ਮਾਰ ਦੇਗੀ ਸਾਨੂੰ, ਸਾਡੇ ਚੁੱਲ੍ਹਿਆਂ ਤੱਕ ਆਏਗੀ। ਫਿਰ ਉਹਦੇ ਤੋਂ ਬਿਨਾਂ ਜਿਹੜੀ ਸੂਰਜਮੁਖੀ ਹੈ, ਸੂਰਜਮੁਖੀ 18.93 ਲੱਖ ਟਨ ਅਸੀਂ ਯੂਕਰੇਨ ਤੋਂ ਮੰਗਵਾਉਂਦੇ ਹਾਂ ਭਾਰਤ, ਤੇ ਉਹ ਵੱਖ-ਵੱਖ ਦੇਸ਼ਾਂ ਤੋਂ ਮੰਗਵਾਉਂਦੇ ਹਾਂ, ਸੋਵੀਅਤ ਯੂਨੀਅਨ, ਅਰਜਨਟਾਈਨਾ, ਤੇ 70% ਉਹ 'ਚ ਯੂਕਰੇਨ ਤੋਂ ਆਉਂਦੀ ਹੈ। ਤੇ ਯੂਕਰੇਨ ਤੋਂ ਮੰਗਾਈ ਗਈ ਜਿਹੜੀ ਸੂਰਜਮੁਖੀ ਹੈ ਉਹ ਜੇ ਨਹੀਂ ਆਏਗੀ ਜਾਂ ਉਸੇ ਲੈਵਲ 'ਤੇ ਜਾਏਗਾ ਸਾਡਾ ਵਪਾਰ, ਉਹ ਨਾ ਤਾਂ ਤੇਲ ਦੀਆਂ, ਜਿਹੜਾ ਖਾਣ ਵਾਲਾ ਤੇਲ ਵੀ ਕਿੰਨਾ ਮਹਿੰਗਾ ਹੋ ਜਾਊਗਾ ਉਹਦੇ ਮੁਕਾਬਲੇ। ਔਰ ਵੈਸੇ ਤਾਂ ਇਹ ਗੱਲ ਕਿਸਾਨ ਅੰਦੋਲਨ ਨਾਲ ਵੀ ਜੁੜਦੀ ਹੈ। ਜੇ ਕਿਸਾਨ ਇਹ ਕਹਿੰਦੇ ਸੀ ਕਿ ਭਾਈ ਝੋਨੇ ਤੋਂ ਬਿਨਾਂ ਸਾਨੂੰ ਬਾਕੀ ਫਸਲਾਂ ਦਾ ਮੁੱਲ ਦੇ ਦਿਓ, ਗਰੰਟੀ ਕਰ ਦਿਓ ਖਰੀਦ ਦੀ, ਇੱਥੇ ਜਿੰਨੀ ਮਰਜ਼ੀ ਸੂਰਜਮੁਖੀ ਕਰ ਲਓ। ਸੂਰਜਮੁਖੀ ਕਿਹੜਾ ਸਾਡੀ ਧਰਤੀ 'ਤੇ ਹੁੰਦੀ ਨਹੀਂ, ਐਡਾ ਐਡਾ ਫੁੱਲ ਲੱਗਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੇ ਉਹ ਚੀਜ਼ ਨੂੰ ਵੀ ਦੇਖਣ ਵਾਲਾ ਸੰਕਟ ਦੇ ਵਿੱਚ ਨਾਲ ਜੋੜ ਕੇ ਕਿਸ ਤਰੀਕੇ ਦੇ ਨਾਲ, ਪਰ ਸਾਡੀ ਚੁੱਲ੍ਹੇ ਦਾ ਜਿਹੜਾ ਖਰਚਾ ਤੇ ਸਾਡੀ ਜ਼ਿੰਦਗੀ ਦਾ ਖਰਚਾ ਇਹ ਜੰਗ ਨਾਲ ਹੁਣੇ ਤੋਂ ਵਧਣਾ ਸ਼ੁਰੂ ਹੋ ਗਿਆ। ਇਸ ਕਰਕੇ ਜੰਗ ਇਕੱਲੀ ਯੂਕਰੇਨ ਤੇ ਰੂਸ 'ਚ ਨਹੀਂ ਲੱਗੀ ਹੋਈ, ਇਹ ਜੰਗ ਸਾਡੇ ਹਰ ਇੱਕ ਲਈ ਲੱਗੀ ਹੋਈ ਹੈ, ਖਾਸ ਤੌਰ 'ਤੇ ਹਰ ਗਰੀਬ ਬੰਦੇ ਲਈ ਲੱਗੀ ਹੋਈ ਹੈ, ਹਰ ਸਧਾਰਨ ਬੰਦੇ ਲਈ ਲੱਗੀ ਹੋਈ ਹੈ। ਜਿਨ੍ਹਾਂ ਦੇ ਬੱਚੇ ਉੱਥੇ ਨੇ ਉਹਨਾਂ ਦੀਆਂ ਜਾਨਾਂ ਦਾ ਖਤਰਾ, ਉਹਨਾਂ ਨੂੰ ਤਾਂ ਨੀਂਦ ਆ ਹੀ ਨਹੀਂ ਸਕਦੀ ਕਿਸੇ ਵੀ ਰੂਪ ਦੇ ਵਿੱਚ। ਉਹਦੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਦੇਖਣ ਵਾਲਾ ਕਿ ਹੁਣ ਜੰਗਾਂ ਨੇ ਜਿਹੜੀਆਂ ਉਹ ਐਡੇ ਵੱਡੇ, ਜਦੋਂ ਪਰਮਾਣੂ ਜੰਗ ਨੇ ਦੁਨੀਆ ਦਾ, ਹਾਲਾਂਕਿ ਚਾਹੇ ਵੱਧਵੀਂ ਗੱਲ ਹੋਏ, ਦੁਨੀਆ ਕਹਿੰਦੀ ਤੀਜੀ ਸੰਸਾਰ ਜੰਗ ਵੀ ਲੱਗ ਸਕਦੀ ਹੈ, ਹਜੇ ਉੱਥੇ ਤੱਕ ਤਾਂ ਨਹੀਂ ਜਾਏਗਾ, ਮੈਨੂੰ ਨਹੀਂ ਲੱਗਦਾ ਨਾਟੋ ਉੱਥੇ ਤੱਕ ਜਾਏਗਾ ਜਾਂ ਬਾਕੀ ਹੈ, ਕਿਉਂਕਿ ਅਫੋਰਡ ਨਹੀਂ ਕਰ ਸਕਦੇ। ਪਰ ਕਈ ਗੱਲਾਂ ਤੁਹਾਡੇ ਬਸ 'ਚ ਨਹੀਂ ਹੁੰਦੀਆਂ। ਸ਼ੁਰੂ ਤਾਂ ਤੁਸੀਂ ਕਰ ਲੈਂਦੇ ਹੋ, ਜਿਵੇਂ ਜਿੰਨ ਨਾ ਮੁੜ ਕੇ ਬੋਤਲ 'ਚ ਨਹੀਂ ਪੈਂਦਾ, ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ, ਕਿਸੇ ਦੇ 4 ਬੰਦੇ ਹੋਰ ਮਰ ਗਏ, ਉਹ ਗੁੱਸੇ 'ਚ ਹੋਰ ਕੁਛ ਕਰਦਾ। ਔਰ ਜੇ ਜੰਗ ਕਿੰਨੇ ਦਿਨ ਚੱਲਦੀ ਹੈ, ਕਿੰਨੇ ਦਿਨ ਵੱਧ ਸਕਦੀ ਹੈ, ਕਿੰਨੇ ਦਿਨ ਨਹੀਂ, ਇਹ ਤਾਂ ਕੋਈ ਨਹੀਂ ਕਹਿ ਸਕਦਾ। ਕੱਲ੍ਹ ਬੰਦ ਹੋ ਜਾਏਗੀ, ਹੋ ਸਕਦਾ ਕੱਲ੍ਹ ਹੋ ਜਾਏ, ਹੋ ਸਕਦਾ 10 ਦਿਨ ਚੱਲੇ, 5 ਦਿਨ ਚੱਲੇ, ਕਿੰਨਾ ਨੁਕਸਾਨ ਹੋਏਗਾ। ਇਹ ਨੁਕਸਾਨ ਦੀ ਭਰਪਾਈ ਦਾ ਜਿਹੜਾ ਸਵਾਲ ਹੈ, ਮੇਰਾ ਖਿਆਲ ਹੈ ਇਹ ਬਹੁਤ ਵੱਡਾ ਸਵਾਲ ਹੈ। ਤੇ ਜਿੰਨੇ ਹਥਿਆਰਾਂ 'ਤੇ ਖਰਚ ਕਰ ਰਹੀਆਂ ਇਹ ਧਿਰਾਂ ਨੇ, ਔਰ ਹੋਰ ਕਰਨਗੀਆਂ ਇਹ ਤੋਂ ਬਾਅਦ, ਸਗੋਂ ਜੰਗ ਤੋਂ ਬਾਅਦ, ਤਾਂ ਉਹ ਬੱਚਿਆਂ ਦੀ ਰੋਜੀ ਰੋਟੀ ਖੋਹ ਰਹੀਆਂ ਨੇ, ਉਹ ਸਿੱਖਿਆ ਖੋਹ ਰਹੀਆਂ ਨੇ, ਉਹ ਸਿਹਤ ਖੋਹ ਰਹੀਆਂ ਨੇ। ਦੇਸ਼ਾਂ ਦਾ ਉਨਾ ਹੀ ਬਜਟ ਹੈ, ਉਹ ਸਾਰਾ ਬਜਟ ਤੁਸੀਂ ਬਾਰੂਦ 'ਤੇ ਖਰਚ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਿਆ ਕੇ। ਤੁਹਾਨੂੰ ਬਹੁਤ ਵੱਡੇ ਪੱਧਰ 'ਤੇ ਇੱਕ ਗੱਲ ਸਾਡੇ ਸਾਹਮਣੇ ਹੁੰਦੀ, ਬੰਬ ਜਾਂ ਰੋਟੀ। ਲੋਕਾਂ ਨੂੰ ਰੋਟੀ ਚਾਹੀਦੀ ਹੈ ਜਾਂ ਬੰਬ ਚਾਹੀਦੇ ਨੇ, ਔਰ ਉਹਨਾਂ 'ਚੋਂ ਚੁਆਇਸ ਕਰਨ ਦਾ ਸਵਾਲ ਹੈ। ਇਸ ਕਰਕੇ ਸਿਵਲ ਸੁਸਾਇਟੀ ਦਾ ਮਾਮਲਾ ਹੈ ਕਿ ਉਹ ਵੱਡੇ ਪੱਧਰ ਦੇ ਉੱਤੇ ਆਵਾਜ਼, ਘੱਟੋ ਘੱਟ ਅਮਨ ਪਸੰਦਗੀ ਦੀ ਆਵਾਜ਼ ਤਾਂ ਉਠਾਏ ਨਾ। ਜਿਸ ਤੋਂ ਇੱਕ ਅਹਿਮ ਸਵਾਲ ਹੈ ਕਿ ਜੇ ਚੀਨ ਰੂਸ ਦੇ ਨਾਲ ਹੈ, ਜੇ ਤੁਸੀਂ ਕਹਿੰਦੇ ਵੀ ਤੀਜਾ ਵਿਸ਼ਵ ਯੁੱਧ ਤਾਂ ਨਹੀਂ ਹੁੰਦਾ, ਕਿ ਚੀਨ ਭਾਰਤ ਨਾਲ ਹੁਣ ਰਿਲੇਸ਼ਨ ਵਧਣਗੇ, ਜਾਂ ਚੀਨ ਕਿਸ ਤਰੀਕੇ ਨਾਲ ਰਿਐਕਟ ਕਰ ਸਕਦਾ ਜੇ ਉਸ ਪਾਸੇ ਜੰਗ ਲੱਗੀ ਤਾਂ? ਯੂਕਰੇਨ ਦੀ ਆਪਾਂ ਜੇ ਗੱਲ ਕਰ ਲਈਏ, ਯੂਕਰੇਨ ਤੇ ਰੂਸ ਨੂੰ ਲੈ ਕੇ ਭਾਰਤ ਨੇ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ। ਇੱਕ ਹੀ ਸਟੇਟਮੈਂਟ ਹੈ ਕਿ ਜੰਗ ਬੰਦ ਹੋਣੀ ਚਾਹੀਦੀ ਹੈ। ਚੀਨ ਕੀ ਇੱਥੇ ਹੁਣ ਰਿਐਕਟ ਕਰੂਗਾ? ਨਹੀਂ, ਚੀਨ ਤਾਂ ਆਪਣੇ ਇੰਟਰਸਟ ਨਾਲ ਚੱਲ ਰਿਹਾ ਨਾ, ਉਹਨੂੰ ਕੀ ਲੈਣਾ। ਉਹ ਤਾਂ ਅਮਰੀਕਾ ਦੇ ਮੁਕਾਬਲੇ ਵੱਡੇ ਪਲੇਅਰ ਦੇ ਤੌਰ 'ਤੇ ਵਿਚਰ ਰਿਹਾ ਦੁਨੀਆ ਦੇ ਵਿੱਚ, ਮਾਰਕੀਟ ਦੇ ਤੌਰ 'ਤੇ ਕਿਸੇ ਨਾ ਕਿਸੇ ਰੂਪ 'ਚ। ਉਹਨੂੰ ਹੈ ਉੱਧਰ ਸੋਵੀਅਤ ਯੂਨੀਅਨ ਆ ਗਿਆ ਨਾਲ ਲਾਈ, ਉਹਨੂੰ ਕਾਊਂਟਰ ਕਰਨ ਦੇ ਵਾਸਤੇ, ਉਹਨੂੰ ਤਾਂ ਫਾਇਦਾ ਹੀ ਫਾਇਦਾ ਹੈ। ਹਾਂ, ਜਿਹੜਾ ਇੱਕ ਹੋਰ ਗਰੁੱਪ ਬਣਿਆ ਹੋਇਆ ਜਿਹਦੇ 'ਚ ਭਾਰਤ ਵੀ ਸ਼ਾਮਲ ਹੈ, ਬ੍ਰਿਕਸ ਜਿਹਨੂੰ ਕਹਿੰਦੇ ਆ, ਬ੍ਰਾਜ਼ੀਲ ਹੈ ਜਿਹਦੇ 'ਚ ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ। ਅਤੇ ਉਹ ਜਿਹੜਾ ਗਰੁੱਪ ਹੈ ਜਿਹਦੇ 'ਚ ਲਗਭਗ 42% ਆਬਾਦੀ ਹੈ ਪੂਰੇ ਦੁਨੀਆ ਦੀ, ਜਿਹਦਾ 23% ਵਪਾਰ ਹੈ, ਪੂਰੀ ਦੁਨੀਆ ਦੇ ਵਪਾਰ ਦਾ ਇੰਨੇ % ਲਗਭਗ ਹਿੱਸਾ। ਅਤੇ ਉਹ ਸਾਰੀਆਂ ਚੀਜ਼ਾਂ ਜੇਕਰ ਇਹ ਸਰਗਰਮ ਹੁੰਦਾ ਇੱਕ, ਤਾਂ ਇਹਦਾ ਦੁਨੀਆ ਦੇ ਵਿੱਚ ਦਖਲ ਵੀ ਬਿਹਤਰ ਹੋ ਸਕਦਾ, ਔਰ ਦੁਨੀਆ ਦੇ ਵਪਾਰ 'ਚ ਵੀ, ਦੁਨੀਆ ਦੇ ਵਿਕਾਸ ਦੇ ਵਿੱਚ ਵੀ ਅਸਰ ਹੋ ਸਕਦਾ। ਔਰ ਇਹ ਇਸ ਜੰਗ ਨੂੰ ਜਾਂ ਇਸ ਜਿਹੜੀਆਂ ਦੋ ਧਿਰੀ ਸਿਸਟਮ ਹੈ ਇਹਨੂੰ ਥੋੜ੍ਹਾ ਜਿਹਾ ਬਦਲ ਵੀ ਸਕਦਾ ਜੇਕਰ ਠੀਕ ਤਰੀਕੇ ਨਾਲ ਗੱਲ ਚੱਲੇ। ਪਰ ਮੈਨੂੰ ਲੱਗਦਾ ਉਹ ਬ੍ਰਿਕਸ ਦੇ ਨਾਲ ਫਿਰ ਪਾਕਿਸਤਾਨ, ਕਿਉਂਕਿ ਚਾਈਨਾ ਨਾਲ ਜੁੜ ਗਿਆ, ਇਹ ਸਾਰਿਆਂ ਨੇ, ਉਹਦੇ 'ਚੋਂ ਇਹ ਨਿਕਲਦੀ ਗੱਲ ਹੈ ਕਿ ਜੇ ਸਾਡੇ ਇਸ ਖਿੱਤੇ ਦੇ ਵਿੱਚ ਅਮਨ ਸ਼ਾਂਤੀ ਰਹਿਣੀ ਹੈ ਤਾਂ ਦੱਖਣੀ ਏਸ਼ੀਆ ਦੀ ਅਮਨ ਸ਼ਾਂਤੀ ਸਭ ਤੋਂ ਪਹਿਲਾਂ ਜ਼ਰੂਰੀ ਹੈ, ਜਿੱਥੇ ਪਾਕਿਸਤਾਨ ਅਤੇ ਭਾਰਤ ਦੀ ਦੋਸਤੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਇਹ ਬਾਰਡਰ ਖੋਲ੍ਹਣ ਦੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਜਦੋਂ ਇਹ ਦੋਨਾਂ ਦੀ ਲੜਾਈ ਘਟ ਗਈ ਤਾਂ ਚਾਈਨਾ ਨਾਲ ਵੀ ਘਟ ਜਾਣੀ ਹੈ ਲੜਾਈ, ਕਿਉਂਕਿ ਉਹ ਇਹਦੇ ਥਰੂ ਹੀ, ਪਾਕਿਸਤਾਨ ਦੇ ਥਰੂ ਹੀ ਉਸ ਪੱਧਰ ਦੇ ਉੱਤੇ ਜਾ ਰਿਹਾ। ਜਦੋਂ ਇਸ ਖਿੱਤੇ ਦੇ ਵਿੱਚ ਅਮਨ ਸ਼ਾਂਤੀ ਹੋਏਗੀ ਤਾਂ ਦੁਨੀਆ ਨੂੰ ਵੀ ਅਸੀਂ ਕੁਝ ਦੇ ਸਕਦੇ ਹਾਂ ਅਤੇ ਆਪਣੀ ਤਰੱਕੀ ਵੀ ਕਰਾ ਸਕਦੇ। ਅੱਛਾ, ਆਖਰੀ ਸਵਾਲ ਹੈ ਸਰ ਕਿ ਅਮਰੀਕਾ ਦੀ ਦੁਸ਼ਮਣੀ ਵੀ ਮਾੜੀ ਹੈ ਅਤੇ ਦੋਸਤੀ ਵੀ ਮਾੜੀ ਹੈ। ਜਿਸ ਤਰੀਕੇ ਨਾਲ ਯੂਕਰੇਨ ਤੋਂ ਜਾਣ ਤੋਂ ਮਨਾ ਕਰਤਾ, ਸਾਥ ਨਹੀਂ ਦੇ ਰਿਹਾ, ਪਹਿਲਾਂ ਕਹਿ ਰਿਹਾ ਸੀ ਵੀ ਹਥਿਆਰ ਦੇਵਾਂਗੇ, ਮਦਦ ਕਰਾਂਗੇ, ਲੱਗਦਾ ਵੀ ਹੁਣ ਅਮਰੀਕਾ ਨੇ ਲੱਤਾਂ ਪਿੱਛੇ ਖਿੱਚ ਲਈਆਂ, ਦੁਸ਼ਮਣੀ ਵੀ ਮਾੜੀ ਅਤੇ ਦੋਸਤੀ ਵੀ ਮਾੜੀ। ਨਹੀਂ, ਉਹ ਕਿਸੇ ਦੀ ਵੀ ਜਿਹੜਾ ਵਨ ਸਾਈਡਡ ਗੱਲ ਹੁੰਦੀ ਹੈ, ਜਿਹੜਾ ਬੌਸਗਿਰੀ ਹੁੰਦੀ ਹੈ ਨਾ,
ਕਿ ਮੈਂ ਹੀ ਸਰਦਾਰ ਹਾਂ, ਬਾਕੀ ਕੋਈ ਮੇਰੇ ਬਤਾਹਤ ਨਹੀਂ, ਇਹ ਐਟੀਟਿਊਡ ਗਲਤ ਹੈ। ਜਿਵੇਂ ਨੋਮ ਚਮਸਕੀ ਵੱਡੇ ਇੱਕ ਉੱਥੋਂ ਦੇ ਥਿੰਕਰ ਨੇ, ਅਮਰੀਕਾ ਦੇ ਹੀ ਨੇ, ਸਭ ਤੋਂ ਵੱਡੀ ਮਾਨਤਾ ਉਹਨਾਂ ਦੀ ਇਸ ਸਮੇਂ ਦੇ ਵਿੱਚ। ਉਹ ਕਹਿੰਦੇ ਨੇ ਮਹਾਸ਼ਕਤੀਵਾਦ ਤੇ ਅੱਤਵਾਦ ਇੱਕੋ ਸਿੱਕੇ ਦੇ ਦੋ ਪਾਸੇ ਨੇ। ਜੇ ਤੁਹਾਡੇ ਵਿੱਚ ਦੇਸ਼, ਉਹ ਕਹਿੰਦਾ ਜਿੰਨਾ ਚਿਰ ਮਹਾਸ਼ਕਤੀਵਾਦ ਸੁਪਰ ਪਾਵਰ ਦਾ ਕਨਸੈਪਟ ਅਮਰੀਕਾ ਨਹੀਂ ਛੱਡਦਾ, ਇਹਨੂੰ ਚੁਣੌਤੀਆਂ ਅੱਤਵਾਦ ਦੇ ਤੌਰ 'ਤੇ ਆਉਂਦੀਆਂ ਰਹਿਣਗੀਆਂ। ਕੋਈ ਵੀ ਦੇਸ਼ ਹੈ ਉਹ, ਚਾਹੇ ਇਦੋਂ ਪਹਿਲਾਂ ਸੋਵੀਅਤ ਯੂਨੀਅਨ ਵੀ ਮਹਾਸ਼ਕਤੀ ਸੀ ਅਤੇ ਅਮਰੀਕਾ ਵੀ ਮਹਾਸ਼ਕਤੀ ਸੀ। ਹੁਣ ਰੂਸ ਦੁਬਾਰਾ ਮਹਾਸ਼ਕਤੀ ਬਣਨ ਦੀ ਟਰਾਈ ਦੇ ਵਿੱਚ ਹੈ। ਭਾਰਤ ਨੂੰ ਵੀ ਇਹੀ ਸੁਪਨਾ ਦਿਖਾ ਰਹੇ ਨੇ ਨਰਿੰਦਰ ਮੋਦੀ ਜੀ ਕਿ ਅਸੀਂ ਮਹਾਸ਼ਕਤੀ ਬਣਨਾ ਦੁਨੀਆ ਦੀ, ਔਰ ਉਹਨੂੰ ਵੀ ਜਿਹੜਾ ਇਹ ਦਿਮਾਗ 'ਚ ਮਹਾਸ਼ਕਤੀ ਦਾ ਕੀੜਾ ਹੈ, ਇਹ ਜੰਗਾਂ ਨੂੰ ਵੀ ਜਨਮ ਦਿੰਦਾ ਹੈ, ਇਹ ਟਕਰਾਵਾਂ ਨੂੰ ਜਨਮ ਦਿੰਦਾ ਹੈ, ਇਹ ਬਾਕੀ ਦੀਆਂ ਚੀਜ਼ਾਂ ਨੂੰ ਜਨਮ ਦਿੰਦਾ। ਔਰ ਜਿੱਥੇ ਸਰਬੱਤ ਦੇ ਭਲੇ ਦਾ, ਜਿੱਥੇ ਸਭ ਦੇ ਨੂੰ ਨਾਲ ਲੈ ਕੇ ਚੱਲਣ ਦੀ ਇੱਕ ਗੱਲ ਹੈ, ਉਹ ਜੰਗਾਂ ਦੇ ਖਿਲਾਫ ਹੈ। ਪਹਿਲਾਂ ਸੋਵੀਅਤ ਯੂਨੀਅਨ ਨੇ ਵੀ ਜ਼ਬਰਦਸਤੀ ਬਹੁਤ ਵੱਡਾ ਆਪਣਾ ਕੈਂਪ ਕੀਤਾ ਹੈ, ਕਈ ਦੇਸ਼ਾਂ ਨੂੰ ਧੱਕੇ ਨਾਲ ਆਪਣੀਆਂ ਸਰਕਾਰਾਂ ਬਣਾ ਲਈਆਂ ਜਦ ਉਹਦੇ 'ਚ ਜਾਨ ਸੀ ਵੀ ਆਹ ਮੇਰਾ ਚੱਕ ਕੇ ਸਾਰੇ ਕਿਤੇ। ਜਰਮਨ ਦੋ ਹੋ ਗਏ ਸੀ, ਇੱਕ ਕਮਿਊਨਿਸਟ ਜਰਮਨ, ਦੂਜਾ ਉਹ ਤਾਂ 45 ਦੇ ਵਿੱਚ ਤੋਂ ਬਾਅਦ ਹੋਏ ਹੁਣ ਤੱਕ ਆ ਕੇ ਚਲੋ ਇਕੱਠੇ ਹੋ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਕਰਕੇ ਇੱਕ ਗੱਲ 'ਤੇ ਤਾਂ ਜਨਰਲੀ ਸਹਿਮਤੀ ਦਾ ਕੁਐਸਚਨ ਹੈਗਾ ਹੀ ਹੈ ਕਿ ਪਰਮਾਣੂ ਯੁੱਗ ਦੇ ਵਿੱਚ ਹੁਣ ਲੜਾਈਆਂ ਫੈਸਲਾਕੁਨ ਭੂਮਿਕਾ ਨਹੀਂ ਅਦਾ ਕਰ ਸਕਦੀਆਂ। ਹੁਣ ਸਿੱਧੇ ਤੌਰ 'ਤੇ ਕੋਈ ਦੇਸ਼ ਦੂਜੇ ਦੇਸ਼ 'ਤੇ ਕਬਜ਼ਾ ਕਰਕੇ ਨਹੀਂ ਰੱਖ ਸਕਦਾ। ਇਰਾਕ ਉਹਦੀ ਉਦਾਹਰਨ ਹੈ, ਕੁਵੈਤ ਉਹਦੀ ਉਦਾਹਰਨ ਹੈ, ਅਤੇ ਇਹ ਅਫਗਾਨਿਸਤਾਨ ਉਹਦੀ ਉਦਾਹਰਨ ਹੈ। ਅਤੇ ਇਹ ਲੋਕਾਂ ਨੂੰ ਮਾਰ ਕੇ ਨੁਕਸਾਨ ਕਰਕੇ ਥੋੜ੍ਹੇ ਬਹੁਤ ਚਿਰ ਲਈ ਇੱਕ ਮਨ 'ਚ ਪਰਚਾਵਾ ਵੀ ਹੈ, ਅਤੇ ਜਾਂ ਉਹਦੇ ਸਾਧਨਾਂ ਦੀ ਲੁੱਟ ਕਰਕੇ ਰਿਸੋਰਸ ਵਾਰ ਵੀ ਹੈ ਨਾ, ਕਿ ਉਹਦੇ 'ਚ ਜਿਹੜੇ ਖਣਿਜ ਪਦਾਰਥ ਜਾਂ ਬਾਕੀ ਚੀਜ਼ਾਂ ਨੇ ਮੈਂ ਵਰਤ ਲੂੰਗਾ ਉਨਾ ਚਿਰ, ਪਰ ਇਹ ਚੈਨ ਨਹੀਂ ਦੇ ਸਕਦਾ, ਇਹ ਅਮਨ ਨਹੀਂ ਦੇ ਸਕਦਾ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਰ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹ ਸੀ, ਜਿਸ ਤਰੀਕੇ ਨਾਲ ਯੂਕਰੇਨ ਤੇ ਰੂਸ ਆਪਸ ਵਿੱਚ ਇੱਕ ਦੂਜੇ ਨਾਲ ਯੁੱਧ ਕਰ ਰਿਹਾ ਤੇ ਦੂਸਰੇ ਪਾਸੇ ਭਾਰਤ ਦਾ ਕੀ ਰੁਖ ਹੋਊਗਾ। ਤੁਸੀਂ ਚਰਚਾ ਵੀ ਸੁਣੀ ਹੈ। ਇਹ ਗੱਲ ਸ਼ੁਰੂ ਹੁੰਦੀ 1918 ਤੋਂ, ਜਦੋਂ ਯੂਕਰੇਨ ਅਲੱਗ ਹੋ ਜਾਂਦਾ ਰੂਸ ਤੋਂ। ਉਸ ਤੋਂ ਬਾਅਦ 1922 ਦੇ ਵਿੱਚ ਜਾ ਕੇ ਸੋਵੀਅਤ ਦਾ ਹਿੱਸਾ ਬਣਦਾ। 1992 ਤੋਂ ਬਾਅਦ 1991 ਦੇ ਵਿੱਚ ਆਜ਼ਾਦ ਹੋ ਜਾਂਦਾ। 2015 ਦੇ ਵਿੱਚ ਜਾ ਕੇ ਇੱਕ ਸਾਈਨ ਹੁੰਦੇ ਨੇ ਸ਼ਾਂਤੀ ਦੋਨੋਂ ਦੇਸ਼ ਬਣਾਈ ਰੱਖਣਗੇ, ਦੋਨੋਂ ਰਾਸ਼ਟਰਪਤੀ ਸਾਈਨ ਕਰਦੇ ਨੇ, ਪਰ ਉਸ ਨੂੰ ਵੀ ਛਿੱਕ ਟੰਗ ਦਿੱਤਾ ਜਾਂਦਾ। ਤਾਂ ਫਿਰ ਦੁਬਾਰਾ 2022 ਦੇ ਵਿੱਚ ਜੰਗ ਸ਼ੁਰੂ ਹੋ ਜਾਂਦੀ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਬੈਠ ਕੇ ਟੇਬਲ 'ਤੇ ਹੀ ਗੱਲ ਹੋਏਗੀ। ਤੀਸਰਾ ਵਿਸ਼ਵ ਯੁੱਧ ਨਹੀਂ ਲੱਗ ਸਕਦਾ ਕਿਉਂਕਿ ਨਾਟੋ ਨਹੀਂ ਚਾਹੇਗਾ। ਨਾਟੋ ਵਿੱਚ 30 ਦੇਸ਼ ਆਉਂਦੇ ਨੇ। ਗੱਲ ਨਾਟੋ ਨੂੰ ਲੈ ਕੇ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਜਿਸ ਦਾ ਮੁਖੀ ਅਮਰੀਕਾ ਹੈ, ਔਰ ਰੂਸ ਉਸ ਨੂੰ ਸ਼ਾਮਲ ਨਹੀਂ ਹੋਣ ਦੇਣਾ ਚਾਹੁੰਦਾ। ਇਸ ਕਰਕੇ ਜਿਹੜਾ ਉਹ ਜੰਗ ਅੱਗੇ ਵੱਧਦੀ ਜਾ ਰਹੀ ਹੈ।